ਸਤਿਨਾਮ ਡੰਡੋਤ ਬੰਦਨ ਕਵਾਰ ਸਰਵ ਕਲਾ ਸਮਰੱਥ ਡੋਲਣ ਦੇ ਲਕੋ ਪ੍ਰਭੂ ਨਾਨਕ ਦੇ ਕਰਤੋ ਮੈਂ ਤਾਂ ਕਰਦਾ ਡੰਡੋਤਾ ਆਇਆ ਦੁਆਰੇ ਤੇਰੇ ਦੁਆਰ ਤੇਰੇ ਕਰਦਾ ਡੰਡੋਤਾ ਆਇਆ ਦੁਆਰੇ ਤੇਰੇ ਦੁਆਰ ਤੇਰੇ ਡੰਡੋਤ ਬੰਦਨ ਕਵਾਰ ਸਰਵ ਕਲਾ ਸਮਰੱਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਮੇਰੇ ਸਿਰ ਤੇ ਹੱਥ ਰੱਖਿਓ ਜੀ ਮੈਂ ਕਿਤੇ ਡੋਲ ਨਾ ਜਾਵਾਂ ਡੋਲ ਨਾ ਜਾਵਾਂ ਮੇਰੇ ਸਿਰ ਤੇ ਹੱਥ ਰੱਖਿਓ ਜੀ ਕਿਤੇ ਡੋਲ ਨਾ ਜਾਵਾਂ ਡੋਲ ਨਾ ਜਾਵਾਂ
किते दूर ना जावा, दूर ना जावा। मेरे सिर ते हथ रखियो जी, मैं किते दूर ना जावा, दूर ना जावा। ਨਡੋਤ ਵੰਦਨ ਅੰਕਵਾਰ। ਬਾਕੀ ਟਿਊਨਾਂ ਬੰਦ ਕਰ ਦਿਓ, ਇੱਕ ਆਹ ਖੋਲੋ ਆਹੀ ਬਸ, ਬਾਕੀ ਬੰਦ ਕਰ ਦਿਓ, ਸਾਰੀ ਟਿਊਨਾਂ ਬੰਦ ਕਰੋ, ਸਾਰੀਆਂ ਟਿਊਨਾਂ ਬੰਦ ਕਰ ਦਿਓ। ਉੱਪਰੋਂ ਆਹ ਮੈਕ ਵਾਲੀ ਖੋਲੋ, ਹੋਰ ਬੰਦ ਕਰ ਦੇ। ਹੈਲੋ ਹੈਲੋ ਹੈਲੋ, ਖੋਲ ਲਓ ਯੋਰ। ਬਸ ਹੁਣ ਮਾੜੀ ਜਿਹੀ ਟਿਊਨ ਕਰਦੇ, ਮਾੜੀ ਜਿਹੀ ਟਿਊਨ ਦੂਏ ਪਾਸਿਓਂ ਕਰੋ ਟਿਊਨ। ਇੱਥੇ ਇਹਦੀ ਟਿਊਨ ਦੂਏ ਪਾਸੇ ਹੁੰਦੀ ਆ, ਉੱਪਰ ਇੱਕ ਹੋਰ ਆ ਟਿਊਨ ਵਾਲੀ, ਉਹ ਮਾੜੀ ਜਿਹੀ ਕਰ ਦਿਓ, ਖੋਲ ਦਿਓ ਮਾੜੀ ਜਿਹੀ ਟਿਊਨ ਵਾਲੀ। ਬਸ ਡੰਡੋਤ ਵੰਦਨ ਅੰਕਵਾਰ, ਸਰਵ ਕਲਾ ਸਮਰਥ। ਡੋਲਣ ਤੇ ਰਖੋ ਪ੍ਰਭੂ, ਨਾਨਕ ਦੇ ਕਰ ਰਤ। ਪੂਰਾ ਗੁਰੂ ਅਰਾਧਿਆ, ਪੂਰਾ ਜਾ ਕਾ ਨਾਮ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਬਖਸ਼ੀ ਪ੍ਰੀਤਮਾ ਸੰਗਤ ਪੂਰਿਆਂ ਗੁਰਾਂ ਦੀ। ਤੂੰ ਬਖਸ਼ੀ ਪ੍ਰੀਤਮਾ ਸੰਗਤ ਪੂਰਿਆਂ ਗੁਰਾਂ ਦੀ। ਬਖਸ਼ੀ ਵਾਹਿਗੁਰੂ ਪੂਰਿਆਂ ਗੁਰਾਂ ਦੀ। ਬਖਸ਼ੀ ਵਾਹਿਗੁਰੂ ਸੰਗਤ ਪੂਰਿਆਂ ਗੁਰਾਂ ਦੀ। ਸੰਗਤ ਪੂਰਿਆਂ ਗੁਰਾਂ ਦੀ।
ਪੂਰਿਆ ਗੁਰਾਂ ਦੀ ਸੰਗਤ ਪੂਰਿਆ ਗੁਰਾਂ ਦੀ ਭਗਤੀ ਪ੍ਰੀਤਮਾ ਪੂਰਿਆ ਗੁਰਾਂ ਦੀ ਭਗਤੀ ਪ੍ਰੀਤਮਾ ਪੂਰਿਆ ਗੁਰਾਂ ਸਤਿਗੁਰੂ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਾਧ ਸੰਗਤ ਜੀ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੇ ਹਾਂ। ਹੁਣ ਪੂਰਾ ਗੁਰੂ ਕੌਣ ਹੈ? ਗੁਰੂ ਮਹਾਰਾਜ ਨੇ ਪੂਰਾ ਗੁਰੂ ਅਰਾਧਿਆ, ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰਾ ਗੁਰੂ ਕੌਣ ਹੈ? ਇਸ ਦੇ ਬਾਰੇ ਹੀ ਜਿਹੜੇ ਸਤਿਪੁਰਸ਼ ਨੇ ਨਾਮ ਜਪਣ ਵਾਲੇ ਔਰ ਬ੍ਰਹਮ ਨੂੰ ਪਹਿਚਾਨਣ ਵਾਲੇ, ਬ੍ਰਹਮ ਦੀ ਪੂਜਾ ਕਰਨ ਵਾਲੇ, ਉਹ ਦੱਸ ਸਕਦੇ ਨੇ, ਦੂਆ ਨਹੀਂ ਦੱਸ ਸਕਦਾ ਪੂਰਾ ਗੁਰੂ ਕੌਣ ਹੈ। ਅੱਜ ਕੱਲ੍ਹ ਸੰਸਾਰ ਕਿਸੇ ਸਰੀਰ ਨੂੰ ਗੁਰੂ ਸਮਝੀ ਜਾਂਦਾ, ਕਿਸੇ ਕਿਤਾਬ ਨੂੰ ਗੁਰੂ ਸਮਝੀ ਜਾਂਦਾ, ਜਾਂ ਉਹ ਆਪਣੇ ਆਪ ਨੂੰ ਗੁਰੂ ਸਮਝੀ ਜਾਂਦਾ, ਜਾਂ ਉਹ ਜਿਹੜੀ ਚੀਜ਼ ਉਹਨੂੰ ਦੀਦੀ ਆ ਉਹਨੂੰ ਗੁਰੂ ਸਮਝੀ ਜਾਂਦਾ। ਇਹ ਸਾਰੀ ਸੰਗਤ ਤੁਸੀਂ ਬੈਠੇ ਹੋਲੇ ਆਪਣੇ ਕੋਸ਼ਿਸ਼ ਇਹ ਕਰਨੀ ਹੈ, ਲਾਹਾ ਇਹ ਪ੍ਰਾਪਤ ਕਰਨਾ ਵੀ ਪੂਰਾ ਗੁਰੂ ਹੁੰਦਾ ਕੌਣ ਹੈ। ਮਹਾਰਾਜ ਕਹਿੰਦੇ ਪੂਰਾ ਗੁਰੂ ਨਾ ਸਰੀਰ ਨੂੰ ਕਹਿੰਦੇ ਨੇ, ਨਾ ਕਿਸੇ ਕਿਤਾਬ ਨੂੰ ਕਹਿੰਦੇ ਨੇ, ਨਾ ਕਿਸੇ ਉਹ ਚੀਜ਼ ਨੂੰ ਕਹਿੰਦੇ ਨੇ ਜਿਹੜੀ ਇਹਨਾਂ ਨੇਤਰਾਂ ਨੂੰ ਦਿੰਦੀ ਹੈ, ਨਹੀਂ ਉਹਨੂੰ ਨਹੀਂ ਕਹਿੰਦੇ। ਕਿਉਂਕਿ ਇਹਦੇ ਬਾਰੇ ਇੱਕ ਇਸ਼ਾਰਾ ਹੋਰ ਵੀ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ, ਇੱਕੋ ਸਿਮਰੋ ਨਾਨਕਾ, ਇੱਕ ਦੂਜਾ ਨਹੀਂ। ਨਾਨਕ ਨੇ ਕਿਹਾ
ਕਹਿੰਦਾ ਇੱਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ, ਜੋ ਜੰਮੇ ਤੇ ਮਰ ਜਾਏ। ਹੁਣ ਜਿੰਨੇ ਬ੍ਰਹਮ ਗਿਆਨੀ ਨੇ, ਜਿੰਨੀਆਂ ਸੰਗਤਾਂ ਆਪਾਂ ਨੇੜੇ ਤੋਂ ਨੇੜੇ ਕਿਸੇ ਮਹਾਂਪੁਰਖ ਦੇ ਜਾਂਦੇ ਹਾਂ, ਕਿਸੇ ਵੀ ਧਰਮ ਦੇ ਵਿੱਚ ਜਾਂਦੇ ਹਾਂ, ਹੁਣ ਆਪਾਂ ਨੇ ਇਹ ਚੀਜ਼ ਦੇਖੇ ਵੀ ਜਿਹਨੂੰ ਆਪਾਂ ਗੁਰੂ ਮੰਨਦੇ ਹਾਂ ਉਹ ਜੰਮਦਾ ਮਰਦਾ ਤਾਂ ਨਹੀਂ ਹੈਗਾ। ਇਹ ਧਿਆਨ ਕਰਨਾ। ਇਹ ਗੁਰੂ ਨਾਨਕ ਦਾ ਇਸ਼ਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਕੋਈ ਵੱਡਾ ਮਹਾਂਪੁਰਖ ਸੰਸਾਰ ਦੇ ਵਿੱਚ ਨਹੀਂ ਹੋਇਆ, ਨਾ ਹੋਊਗਾ। ਇਹ ਭਗਤੀ ਦਾ ਭੰਡਾਰਾ, ਭਗਤੀ ਦਾ ਖਜ਼ਾਨਾ। ਗੁਰੂ ਨਾਨਕ ਪਾਤਸ਼ਾਹ ਕਲਯੁਗ ਦੇ ਅਵਤਾਰ ਬਣ ਕੇ ਆਏ ਸੀ, ਜਿਹੜੇ ਕਿ ਸੂਖਮ ਸਰੀਰ ਦੇ ਵਿੱਚ ਅਵਤਾਰ ਸੀ। ਇਹ ਉਹਨਾਂ ਦੇ ਵਚਨ ਨੇ। ਇੱਕੋ ਸਿਮਰੋ, ਇੱਕੋ ਹੀ ਕਹਿੰਦਾ ਉਸ ਨੂੰ ਸਿਮਰੋ ਜਿਹੜਾ ਮਰਨ ਵਿੱਚ ਨਹੀਂ ਆਉਂਦਾ, ਜਿਹੜਾ ਜੰਮਣ ਵਿੱਚ ਨਹੀਂ ਆਉਂਦਾ। ਇਹ ਹੁਣ ਦੇਖੋ ਆਪਾਂ ਵੀ ਮਰਨ ਜੰਮਣ ਵਿੱਚ ਕੌਣ ਨਹੀਂ ਆਉਂਦਾ? ਇਹ ਸਰੀਰ ਤਾਂ ਮਰ ਜੰਮਣ ਵਿੱਚ ਆਉਂਦਾ, ਜੇ ਕੋਈ ਗ੍ਰੰਥ ਆ ਉਹ ਵੀ ਮਰ ਜੰਮਣ ਵਿੱਚ ਆਉਂਦਾ। ਇੱਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ, ਜੋ ਜੰਮੇ ਤੇ ਮਰ ਜਾਏ। ਹੁਣ ਜਿਹੜਾ ਜੰਮਦਾ ਨਹੀਂ ਤੇ ਜਿਹੜਾ ਮਰਦਾ ਨਹੀਂ ਗੁਰਮੁਖੋ, ਉਹ ਹੈ ਸ਼ਬਦ। ਉਹ ਸ਼ਬਦ ਕਿਸੇ ਸਰੀਰ ਦੇ ਵਿੱਚ ਵੀ ਹੋ ਸਕਦਾ, ਕਿਸੇ ਗ੍ਰੰਥ ਦੇ ਵਿੱਚ ਵੀ ਹੋ ਸਕਦਾ, ਔਰ ਕਿਸੇ ਬਾਹਰ ਵੀ ਹੋ ਸਕਦਾ। ਉਹ ਸ਼ਬਦ ਦੀ ਖੋਜ ਕਰਨੀ ਆਪਾਂ ਨੇ, ਕਿਹੜਾ ਸ਼ਬਦ ਆ ਉਹ। ਜਿੰਨੇ ਜਿੰਨੇ ਵੀ ਰੱਬ ਦੇ ਪਿਆਰੇ ਹੋਏ, ਕਬੀਰ ਤੋਂ ਲੈ ਕੇ ਰਵਿਦਾਸ ਤੋਂ ਲੈ ਕੇ, ਜਾਂ ਜਿਨ੍ਹਾਂ ਨੇ ਵੀ ਇਹ ਭਗਤੀ ਕੀਤੀ, ਤਪੱਸਿਆ ਕੀਤੀ, ਉਹਨਾਂ ਨੇ ਇਸੇ ਖੋਜ ਦੇ ਵਿੱਚ ਹੀ ਕੀਤੀ ਕਿ ਉਹ ਜਿਹੜੀ ਚੀਜ਼ ਇਹਨਾਂ ਅੱਖਾਂ ਨੂੰ ਨਹੀਂ ਦਿਖਦੀ। ਹੁਣ ਤੁਸੀਂ ਧਿਆਨ ਕਰ ਲਓ, ਉਹਦੇ ਬੱਚਾ ਮੈਨੂੰ ਦੱਸ ਦਿਓ ਵੀ ਅੱਖਾਂ ਨੂੰ ਕਿਹੜੀ ਚੀਜ਼ ਨਹੀਂ ਦਿਖਦੀ। ਜਿਹੜੀ ਚੀਜ਼ ਅੱਖਾਂ ਨੂੰ ਦਿਖਦੀ ਆ ਉਹ ਮਰ ਜੰਮਣ ਦੇ ਵਿੱਚ ਆ। ਇਹ ਵੀ ਪਤਾ ਤੁਹਾਨੂੰ। ਜੇ ਤੁਹਾਨੂੰ ਅੱਜ ਇੱਥੇ ਧਰਤੀ ਦਿਖਦੀ ਆ, ਉਹ ਵੀ ਇੱਕ ਦਿਨ ਖਤਮ ਹੋ ਜਾਣੀ ਆ। ਜੇ ਤੁਹਾਨੂੰ ਇੱਥੇ ਪ੍ਰਕਿਰਤੀ ਦਿਖਦੀ ਆ, ਇਹ ਵੀ ਇੱਕ ਦਿਨ ਖਤਮ ਹੋ ਜਾਣੀ ਆ। ਜੇ ਤੁਹਾਨੂੰ ਆਕਾਸ਼ ਦਿਖਦਾ, ਇਹ ਵੀ ਇੱਕ ਦਿਨ ਖਤਮ ਹੋ ਜਾਣਾ। ਜੇ ਤੁਹਾਨੂੰ ਚੰਦ, ਸੂਰਜ, ਤਾਰੇ ਦਿਖਦੇ ਨੇ, ਇਹ ਵੀ ਖਤਮ ਹੋ ਜਾਣੇ। ਫਿਰ ਉਹ ਚੀਜ਼ ਕਿਹੜੀ ਹੈ ਇਹ ਜੀ, ਜਿਹੜੀ ਇਹਨਾਂ ਨੇਤਰਾਂ ਨੂੰ ਦਿਖਦੀ ਹੈ? ਉਹੀ ਚੀਜ਼ ਜਿਹੜੀ ਹੈ, ਜਿਹੜੀ ਇਹਨਾਂ ਨੇਤਰਾਂ ਨੂੰ ਦਿਖਦੀ ਨਹੀਂ ਹੈ, ਉਹੀ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਉਹੀ ਚੀਜ਼ ਜਿਹੜੀ ਇਹਨਾਂ ਨੇਤਰਾਂ ਨੂੰ ਦਿਖਦੀ ਨਹੀਂ ਹੈ, ਉਸ ਦਾ ਆਤਮ ਗਿਆਨ ਹੀ ਬ੍ਰਹਮ ਗਿਆਨੀ ਮਹਾਂਪੁਰਸ਼ ਰੱਬੀ ਅਵਤਾਰ ਅੱਜ ਤਾਈਂ ਦੱਸਦੇ ਆਏ ਨੇ। ਹੁਣ ਇਹ ਸਰੀਰ ਆ, ਇਹ ਸਰੀਰ ਤਾਂ ਮਰਦਾ ਜੰਮਦਾ। ਹੁਣ ਕੋਈ ਕਿਤਾਬ ਆ, ਕੋਈ ਗ੍ਰੰਥ ਆ, ਉਹ ਤਾਂ ਮਰਦਾ ਜੰਮਦਾ। ਉਹਦੇ ਵਿੱਚ ਜਿਹੜੀ ਚੀਜ਼ ਹੈ, ਜਿਹੜਾ ਸ਼ਬਦ ਆ, ਜਿਹੜਾ ਤੁਹਾਡੇ ਵੀ ਸ਼ਬਦ ਹੈ, ਉਹ ਸ਼ਬਦ ਅੰਦਰ ਸ਼ਬਦ ਹੀ ਹੈ। ਸਭ ਦੇ ਅੰਦਰ ਹੀ ਸ਼ਬਦ ਹੈ। ਕਿਹਨੂੰ ਨਹੀਂ ਪਤਾ ਧਰਤੀ ਦੇ ਥੱਲੇ ਪਾਣੀ ਆ? ਸਭ ਕਹਿੰਦੇ ਨੇ ਪਾਣੀ ਆ, ਪਰ ਉਹ ਪਾਣੀ ਜਿਹੜਾ ਹੈ ਉਹ ਨਿਕਲੂਗਾ ਕਿਵੇਂ? ਉਹ ਨਿਕਲ ਕੇ ਉਹਨੂੰ ਪੀਵਾਂਗੇ ਕਿਵੇਂ? ਉਹਦੀ ਪਿਆਸ ਕਿਵੇਂ ਬੁਝਾਵਾਂਗੇ? ਗੱਲ ਤਾਂ ਉਹਦੀ ਹੈ ਨਾ। ਸਭ ਨੂੰ ਪਤਾ ਲੱਕੜੀ ਵਿੱਚ ਅੱਗ ਆ, ਉਹ ਲੱਕੜ ਦਿੰਦੀ ਹੈ, ਅੱਗ ਕਿਉਂ ਨਹੀਂ ਦਿੰਦੀ ਹੈ? ਜਿਹੜੀ ਉਹ ਲੱਕੜ ਆ,
ਉਹ ਦੀਦੀ ਹੈ, ਉਹਦੇ ਵਿੱਚ ਜਿਹੜੀ ਅੱਗ ਆ ਉਹ ਨਹੀਂ ਦੀਦੀ ਹੈ। ਹੁਣ ਸਵਾਲ ਆ ਗਿਆ ਘਿਓ। ਸਭ ਨੂੰ ਪਤਾ ਵੀ ਘਿਓ ਦੁੱਧ ਦੇ ਵਿੱਚੋਂ ਨਿਕਲਦਾ, ਪਤਾ ਸਭ ਨੂੰ, ਪਰ ਦੁੱਧ ਦੇ ਵਿੱਚ ਘਿਓ ਦੀਂਦਾ ਕਿਉਂ ਨਹੀਂ ਹੈ? ਮੈਨੂੰ ਦਿਖਾਓ ਕੋਈ। ਦੁੱਧ ਪਾ ਲਓ, ਕੌਲੀ 'ਚ ਪਾ ਲਓ, ਬਾਲਟੀ 'ਚ ਪਾ ਲਓ, ਟੱਪ 'ਚ ਪਾ ਲਓ, ਉਹਦੇ ਵਿੱਚੋਂ ਘਿਓ ਕਿਉਂ ਨਹੀਂ ਦਿੰਦਾ ਹੈ? ਨਹੀਂ ਦਿੰਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਸ਼ਬਦ ਆ ਨਾ, ਜਿਹੜਾ ਸੂਖਮ ਸ਼ਬਦ ਆ, ਜਿਹੜਾ ਇਹ ਬ੍ਰਹਮ ਦਾ ਸ਼ਬਦ ਆ, ਇਸ ਨੂੰ ਹੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਬਿਰਲੇ ਨੇ, ਜਿਹੜੇ ਉਹ ਦਿਖਾਉਣ ਵੀ ਇਹ ਸ਼ਬਦ ਕਿਹੜਾ, ਫਿਰ ਮੰਨਣਾ ਨਾ ਗੱਲ ਦਾ। ਤੇ ਸਾਧ ਸੰਗਤ ਜੀ, ਉਹ ਜਿਹੜਾ ਸ਼ਬਦ ਹੈ, ਉਹ ਸ਼ਬਦ ਹੈ ਸੂਖਮ। ਉਹ ਜਿਹੜਾ ਸ਼ਬਦ ਹੈ ਉਹ ਹੈ ਸਭ ਦੇ ਅੰਦਰ, ਉਹ ਜਿਹੜਾ ਸ਼ਬਦ ਹੈ ਉਹ ਹੈ ਸਭ ਦੇ ਬਾਹਰ। ਬਾਹਰ ਅੰਦਰ ਵੀ ਹੈ, ਪਰ ਅੰਦਰ ਦੀਦਾ ਕਿਉਂ ਨਹੀਂ, ਬਾਹਰ ਦੀਦਾ ਕਿਉਂ ਨਹੀਂ? ਦੱਸੋ। ਉਹ ਇੱਕੋ ਹੀ ਸ਼ਬਦ ਹੈ, ਨਾਮ ਦੇ ਸ਼ਬਦ ਹੈ। ਚਾਹੇ ਰਾਧਾ ਸੁਆਮੀ ਕਹਿ ਲਓ, ਉਹ ਵੀ ਸ਼ਬਦ ਹੈ। ਰਾਧਾ ਸੁਆਮੀ ਵੀ ਇੱਕ ਸ਼ਬਦ ਹੈ, ਵਾਹਿਗੁਰੂ ਵੀ ਇੱਕ ਸ਼ਬਦ ਹੈ, ਰਾਮ ਵੀ ਇੱਕ ਸ਼ਬਦ ਹੈ, ਅੱਲਾ ਵੀ ਇੱਕ ਸ਼ਬਦ ਹੈ, ਗੌਡ ਵੀ ਇੱਕ ਸ਼ਬਦ ਹੈ। ਉਹ ਪੂਰਾ ਸ਼ਬਦ ਨੂੰ ਕੋਈ ਦੇਖੋ ਤਾਂ ਸਹੀ, ਕਿਹੜਾ ਦੇਖੂਗਾ? ਉਹ ਸ਼ਬਦ ਨੂੰ ਦਿਖਾਓ ਤਾਂ ਸਹੀ, ਪਰ ਤਾਂ ਕਿਹੜਾ ਦਿਖਾਊਗਾ? ਬੜੀ ਔਖੀ ਗੱਲ ਹੈ। ਉਹ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਮਹਾਂਪੁਰਸ਼ ਨੇ, ਉਹ ਸ਼ਬਦ ਨੂੰ ਹੀ ਅੰਦਰੋਂ ਪ੍ਰਗਟ ਕਰਦੇ ਨੇ, ਸ਼ਬਦ ਨੂੰ ਬਾਹਰੋਂ ਪ੍ਰਗਟ ਕਰਾਉਂਦੇ ਨੇ। ਕਿਵੇਂ ਕਰਾਉਂਦੇ ਨੇ? ਇੱਕ ਦੁੱਧ ਹੈ, ਜੇ ਦੁੱਧ ਦੇ ਵਿੱਚੋਂ ਘਿਓ ਦੇਖਣਾ ਹੋਵੇ, ਕਿਵੇਂ ਦੇਖੂਗਾ? ਉਹ ਦੁੱਧ ਨੂੰ ਆਪਾਂ ਗਰਮ ਕਰਾਂਗੇ, ਕਰਾਂਗੇ ਨਹੀਂ? ਗਰਮ ਤਾਂ ਕਰਾਂਗੇ, ਅੱਗ ਤਾਂ ਜਾਲਣੀ ਪਊਗੀ। ਉਹ ਤਾਂ ਗਰਮ ਨਹੀਂ ਹੋਣਾ, ਉਹਨੇ ਅੱਗ ਜਾਲਣੀ ਪਊਗੀ, ਹੀਟਰ 'ਤੇ ਰੱਖਣਾ ਪਊਗਾ। ਉਹ ਮਿਹਨਤ ਤਾਂ ਕਰਨੀ ਪਊ ਨਾ, ਅੱਗ ਆਪਦੇ ਆਪ ਨਹੀਂ ਚੱਲ ਜੂਗੀ। ਅੱਗ ਜਾਲਣੀ ਪਊਗੀ, ਗਰਮ ਕਰਨਾ ਪਊਗਾ। ਫਿਰ ਉਹ ਗਰਮ ਕਰ ਲਿਆ, ਗਰਮ ਕਰਕੇ ਉਹਨੂੰ ਜਾਗ ਲਾਉਣਾ, ਉਹ ਜਾਗ ਵੀ ਲਾਉਣਾ ਪਊਗਾ। ਉਹਦੀ ਵੀ ਵਿਧੀ ਆ ਕੋਈ। ਜੇ ਗਰਮ ਦੇ ਵਿੱਚ ਜਾਗ ਲਾ ਦੋ ਤਾਂ ਨਹੀਂ ਜੰਮਦੀ, ਜੇ ਠੰਡੇ ਵਿੱਚ ਜਾਗ ਲਾ ਦੋ ਤਾਂ ਨਹੀਂ ਜੰਮਦੀ। ਦੇਖ ਲਓ, ਉਹ ਵੀ ਵਿਧੀ ਹੈ। ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨੂੰ ਰਿੜਕਣਾ, ਉਹ ਰਿੜਕਣੀ ਦੀ ਵਿਧੀ ਹੈ। ਚਾਟੀ ਲਵਾਂਗੇ, ਉਹਦੇ ਵਿੱਚ ਦੁੱਧ ਪਾਵਾਂਗੇ, ਉਹਦੇ ਵਿੱਚ ਦਹੀਂ ਪਾਵਾਂਗੇ, ਉਹਦੇ ਵਿੱਚ ਮਧਾਣੀ ਪਾਵਾਂਗੇ, ਉਹ ਮਧਾਣੀ ਨੂੰ ਰਿੜਕਾਂਗੇ। ਰਿੜਕਣ ਵੀ ਤੱਕ ਤੇ ਆਪਦੇ ਆਪ ਜਦੋਂ ਰਿੜਕਾਂਗੇ, ਚਲੋ ਜੇ ਬਿਜਲੀ ਜਿਹੜੀ ਆ ਗਈ ਹੁਣ, ਫਿਰ ਵੀ ਉਹਦੇ ਵਿੱਚੋਂ ਮੱਖਣੀ ਨਿਕਲੂਗੀ। ਇਹਨੇ ਮਿਹਨਤ ਕਰਨ ਦੇ ਬਾਅਦ ਮੱਖਣੀ ਨਿਕਲੂਗੀ। ਉਹ ਘਿਓ ਫਿਰ ਵੀ ਨਹੀਂ ਆਉਣਾ ਹੈ, ਫਿਰ ਵੀ ਉਹ ਮੱਖਣੀ ਹੈ ਜਿਹੜੀ, ਉਹਨੂੰ ਗਰਮ ਕਰਨਾ ਪੈਂਦਾ। ਗਰਮ ਕਰਕੇ ਫਿਰ ਉਹਦੇ ਵਿੱਚੋਂ ਵੀ ਇੱਕ ਜਿਹੜੀ ਖਟਿਆਸ ਹੁੰਦੀ ਹੈ ਉੱਪਰੋਂ ਲਾਉਣੀ ਪੈਂਦੀ ਹੈ। ਉਹਦੇ ਥੱਲੇ ਜਿਹੜਾ ਪਿਓਰ ਘਿਓ ਹੈ ਉਹ ਬਣਾਉਂਦਾ। ਕਿੰਨੀ ਮਿਹਨਤ ਕਰਨ ਦੇ ਬਾਵਜੂਦ ਇਹ ਘਿਓ ਆਉਂਦਾ। ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਮਹਾਂਪੁਰਸ਼ ਨੇ, ਉਹ ਪਹਿਲਾਂ ਤਾਂ ਇਹ ਚਾਟੀ ਦਿੰਦੇ ਨੇ, ਫਿਰ ਉਹ ਮਧਾਣੀ ਦਿੰਦੇ ਨੇ, ਫਿਰ ਉਹ ਲੜਕਣ ਦੀ ਜਾਂਚ ਦੱਸਦੇ ਨੇ, ਫਿਰ ਉਹ ਕਿਵੇਂ ਦਹੀਂ ਜੰਮੂਗੀ। ਇਹ ਜਾਂਚਾਂ ਹੁੰਦੀਆਂ ਨੇ ਸਾਰੀਆਂ, ਕਿਉਂਕਿ ਜੋਤੀ ਤੋਂ ਬਗੈਰ ਮੁਕਤੀ ਨਹੀਂ ਮਿਲਦੀ ਹੈ, ਨਹੀਂ ਮਿਲਦੀ ਹੈ। ਇਸੇ ਤਰ੍ਹਾਂ ਹੀ ਜਦੋਂ ਰੱਬ ਦੇ ਪਿਆਰੇ ਦੱਸਣਗੇ ਵੀ ਤੂੰ ਇਹ ਅੰਦਰ ਤੇਰੇ ਸ਼ਬਦ ਹੈ, ਅੰਦਰ ਜਿਹੜਾ ਸ਼ਬਦ ਹੈ ਉਹਨੂੰ ਰਿੜਕਣਾ ਕਿਵੇਂ ਆ, ਕਿਹੜੀ ਮਧਾਣੀ ਆ ਉਹ?
ਉਹ ਮਧਾਣੀ ਦੇ ਨਾਲ ਇਹ ਸਰੀਰ ਰੂਪੀ ਚਾਟੀ ਮਧਾਣੀ ਨਾਮ ਰੂਪੀ ਔਰ ਇਹਦੇ ਵਿੱਚ ਅੰਮ੍ਰਿਤ ਰੂਪੀ ਸ਼ਬਦ ਦੁੱਧ। ਉਹ ਜਦੋਂ ਆਪਾਂ ਇਹਨੂੰ ਅਭਿਆਸ ਕਰਾਂਗੇ, ਉਹ ਰੱਬ ਦੇ ਪਿਆਰੇ ਦੱਸਦੇ ਨੇ ਚੌਕੜਾ ਮਾਰਨਾ ਪਊਗਾ। ਹੁਣ ਕਈ ਅੱਜ ਕਹਿੰਦੇ ਨੇ ਉਂਝੋਂ ਭਾਲਦੇ ਨੇ, ਕਈ ਬੜੇ ਬੜੇ ਡੇਰੇ ਵੀ ਦੇਖੇ ਨੇ ਜਾਂਦੇ, ਕਈ ਬੜੇ ਬੜੇ ਮਹਾਂਪੁਰਸ਼ੋਂ ਗੁਜ਼ਰਦੇ ਨੇ, ਕਹਿੰਦੇ ਨੇ ਬਾਬਾ ਜੀ ਸਾਨੂੰ ਰੱਬ ਦਿਖ ਜਾਵੇ। ਰੱਬ ਨਹੀਂ, ਆਏ ਨਹੀਂ ਦਿਖਦਾ ਰੱਬ, ਕੋਈ ਤਾਕਤ ਨਹੀਂ ਰੱਬ ਨੂੰ ਦਿਖਾਉਣ ਵਾਲੀ। ਉਹ ਵਿਧੀ ਦੱਸਣਗੇ, ਜੁਗਤੀ ਦੱਸਣਗੇ, ਚੌਕੜਾ ਮਾਰਨਾ ਦੱਸਣ, ਕਿਵੇਂ ਚੌਕੜਾ ਮਾਰਨਾ, ਕਿਵੇਂ ਅਭਿਆਸ ਕਰਨਾ, ਕਿੱਥੇ ਸੁਰ ਤੋਂ ਲਾਉਣਾ, ਕਿਸੇ ਸੁਰ ਦੇ ਵਿੱਚੋਂ ਪ੍ਰਗਟ ਕਰਨਾ, ਉਹ ਸਾਰਾ ਅਭਿਆਸ ਕਰਨਾ ਪਊਗਾ। ਬਣਿਆ ਬਣਾਇਆ ਸ਼ਬਦ ਕੋਈ ਨਹੀਂ ਦਿੰਦਾ, ਅਜੇ ਤੱਕ ਜੰਮੇ ਹੀ ਨਹੀਂ, ਪੈਦਾ ਹੀ ਨਹੀਂ ਹੋਇਆ। ਮੈਂ ਲਿਖ ਕੇ ਦਿੰਦਾ ਗੱਲ, ਉਹ ਅਭਿਆਸ ਕਰਾਓਗੇ। ਅਭਿਆਸ ਕਰਕੇ ਅਤੇ ਜਿਉਂ ਉਹਦਾ ਅਭਿਆਸ ਕਰਾਂਗੇ, ਉਹ ਅਭਿਆਸ ਕਰਨ ਵਾਸਤੇ ਫਿਰ ਜੋਤੀ ਵੀ ਦੱਸਣਗੇ ਕਿੱਥੇ ਸੁਰ ਤੋਂ ਲਾਉਣਾ। ਇਹ ਸਰੀਰ ਦੇ ਵਿੱਚ ਹੀ ਕਿੰਨੇ ਟਿਕਾਉ ਨੇ, ਪਹਿਲਾਂ ਕਿੱਥੇ ਸੁਰ ਤੋਂ ਲਾਉਣਾ, ਕਿੱਥੇ ਮਨ ਦੇ ਵਿੱਚ ਸੁਰ ਤੋਂ ਲਾਉਣਾ, ਔਰ ਮਨ ਦੇ ਵਿੱਚੋਂ ਲਾ ਕੇ ਹਿਰਦੇ ਵਿੱਚ ਸੁਰ ਤੋਂ ਲਾਉਣਾ, ਹਿਰਦੇ ਵਿੱਚੋਂ ਨਾਭੀ ਵਿੱਚ ਸੁਰ ਤੋਂ ਲਾਉਣਾ, ਨਾਭੀ ਵਿੱਚੋਂ ਸੁਰ ਨੂੰ ਜਾ ਕੇ ਨੱਕ ਦੀ ਕੁੰਬੜਾ ਕਿੱਥੇ ਸੁਰ ਤੋਂ ਲਾਉਣਾ, ਇੱਥੇ ਸੁਰ ਤੋਂ ਲਾ ਕੇ ਫਿਰ ਤਿੰਨ ਅੱਗੇ ਚੱਕਰ, ਇੱਥੇ ਸੁਰ ਤੋਂ ਲਾਉਣਾ, ਦੋਨੇ ਅੱਖਾਂ ਦੇ ਵਿਚਾਲੇ ਇੱਥੇ ਅੱਖਾਂ ਤੋਂ ਅੱਗੇ ਚੱਕਰ ਇੱਥੇ ਲਾਉਣਾ। ਇੱਥੇ ਵੀ ਕੋਈ ਵਸਤਾਂ ਬਣਦੀਆਂ ਨੇ, ਇੱਥੇ ਵੀ ਕੋਈ ਚੀਜ਼ਾਂ ਬਣਦੀਆਂ ਨੇ ਜਿਹੜੇ ਕਿ ਇਹਦੇ ਰੱਬ ਨੂੰ ਪ੍ਰਗਟ ਕਰਨਾ। ਇੱਥੋਂ ਚੱਕ ਕੇ ਇਹਨੂੰ ਪਰੀਲਾ ਵਿੱਚ ਲਾਉਣਾ, ਇੱਥੇ ਸੁਰ ਤੋਂ ਲਾਉਣਾ, ਪਿੰਗਲਾ ਵਿੱਚ ਲਾਉਣਾ, ਇੱਥੋਂ ਚੱਕ ਕੇ ਫਿਰ ਇਹਨੂੰ ਇੱਥੇ ਲਾਉਣਾ, ਅੱਖਾਂ ਦੇ ਸਾਰੇ ਵਿਚਾਲੇ ਇੱਥੇ, ਇੱਥੋਂ ਫਿਰ ਨਹੀਂ ਚੱਲਦਾ। ਮਿਹਨਤ ਕਰਨੀ ਪਊ, ਕਿੰਨੀ ਮਿਹਨਤ ਕਰਨੀ ਪਊਗੀ। ਇੱਥੋਂ ਚੱਕ ਕੇ ਇਹਨੂੰ 10ਵੇਂ ਦੁਆਰ ਦੇ ਵਿੱਚ ਸੁਰ ਨੂੰ ਚੱਕਣਾ, ਉੱਪਰ ਚੱਕਣਾ, ਇੱਥੇ ਹੀ ਬਸ ਨਹੀਂ। ਮੈਂ ਦਾਅਵੇ ਨਾਲ ਕਹਿਣਾ, ਜਿਹੜੇ ਕਹਿੰਦੇ ਨੇ 10ਵਾਂ ਦੁਆਰਾ, 10ਵੇਂ ਦੁਆਰ ਵਿੱਚ ਹੈ ਕੋਈ ਨਹੀਂ। ਜਿਹੜਾ ਕੋਈ ਬਰਮ ਗਿਆ ਮੈਨੂੰ ਦੱਸ ਦੇਵੇ, ਮੈਂ ਉਹਦੇ ਨਾਲ ਬਚਨ ਕਰ ਲੈਣਾ, ਮੈਂ ਉਹਦੀ ਸਾਰੀ ਜ਼ਿੰਦਗੀ ਚਾਕਰੀ ਕਰੂੰਗਾ, ਸਾਰੀ ਜ਼ਿੰਦਗੀ ਚਾਕਰੀ ਕਰੂੰ। ਜਿਹੜਾ ਮੈਨੂੰ ਕਹਿੰਦੇ ਮੈਂ 10ਵੇਂ ਦੁਆਰ ਦੇ ਵਿੱਚ ਹਾਂ, ਅੱਜ ਮੇਰਾ ਚਹਿਲ ਚਾਹ ਕਰਦਾ ਨਹੀਂ, ਕੋਈ ਗੱਲ ਨਹੀਂ, ਬਾਈ ਇਰਾਦਾ ਹੈ, ਹੋ ਨਹੀਂ ਸਕਦਾ ਹੈ। ਔਰ ਫਿਰ ਇੱਥੇ ਤੱਕ ਹੀ ਨਹੀਂ, ਇਹ ਵੀ ਸਰੀਰ ਆ, ਮਿੱਟੀ, ਅੱਗ, ਪਾਣੀ, ਆਕਾਸ਼ ਅਤੇ ਹਵਾ, ਇਹ ਸਰੀਰ ਹੈ ਪੰਜਾਂ ਤੱਤਾਂ ਦਾ। ਇਹ ਪੰਜਾਂ ਤੱਤਾਂ ਸਰੀਰ ਵੀ ਕੀ ਹੈ, ਇਹ ਜਿਹਦੀ ਚੋਟੀ ਨੂੰ ਲੈ ਕੇ ਔਰ ਪੈਰ ਦੇ ਅੰਗੂਠੇ ਤੱਕ, ਇਹ ਗੁਰੂ ਮਹਾਰਾਜ ਨੇ ਦੱਸਿਆ, ਸੋਈ ਸੋਈ ਬ੍ਰਹਮੰਡੈ, ਸੋਈ ਸੋਈ ਪਿੰਡੈ, ਜੋ ਖੋਜੇ ਸੋ ਪਾਵੇ। ਫਿਰ ਇਹਦੀ ਖੋਜ ਕਰਨੀ ਪਊਗੀ। ਇੰਨਾ ਕੁ ਸਰੀਰ ਦੇ ਵਿੱਚ ਹੀ ਕਿੰਨੀਆਂ ਵਸਤਾਂ ਨੇ ਸਵਾਇਆ ਹੋਇਆ, ਕਿੰਨਾ ਸੰਸਾਰ ਤਿੰਨਾਂ ਗੁਣਾ ਸਵਾਏ ਹੋਏ ਨੇ ਇੰਨੇ ਸਰੀਰ ਦੇ ਵਿੱਚ ਹੀ। ਉਹਨੂੰ ਫਿਰ ਧਿਆਨ ਕਰਨਾ, ਜਾਣੀ ਮੇਰੇ ਕਹਿਣ ਦਾ ਭਾਵ ਕੀ ਆ, ਮਿਹਨਤ ਕਰਨੀ ਪਊਗੀ, ਚੌਕੜਾ ਮਾਰਨਾ ਪਊਗਾ। ਸਰੀਰ ਨੂੰ ਇੱਥੇ ਤੱਕ ਸੁੰਨ ਕਰਨਾ ਪੈਂਦਾ, ਪੈਰ ਦਾ ਅੰਗੂਠਾ ਵੀ ਸੁੰਨ ਹੋ ਜਾਊਗਾ, ਤੁਹਾਡਾ ਪੈਰ ਵੀ ਸੁੰਨ ਹੋ ਜਾਊਗਾ, ਤੁਹਾਡੇ ਪਿੰਜੜੀਆਂ ਵੀ ਸੁੰਨ ਹੋ ਜਾਣਗੀਆਂ, ਤੁਹਾਡੀਆਂ ਲੱਤਾਂ ਵੀ ਸੁੰਨ ਹੋ ਜਾਣਗੀਆਂ, ਤੁਹਾਡੀ ਧੜ ਵੀ ਸੁੰਨ ਹੋਊਗੀ, ਤੁਹਾਡਾ ਸਰੀਰ ਇਹ ਪੂਰੀ ਦਾ ਪੂਰਾ ਸੁੰਨ ਹੋ ਜਾਊਗਾ, ਬਿਲਕੁਲ ਜਿਵੇਂ ਇੰਜੈਕਸ਼ਨ ਲਾ ਕੇ ਡਾਕਟਰ ਆਪਰੇਸ਼ਨ ਕਰਦਾ, ਪਾੜੀ ਜਾਓ ਕੁਝ ਨਹੀਂ ਪਤਾ ਲੱਗਦਾ। ਇਸੇ ਤਰ੍ਹਾਂ ਜਦੋਂ ਇਹ ਅਵਸਥਾ ਬਣ ਗਈ ਨਾ, 82 ਫੁੱਟ ਦੀ ਚੌਕੜਾ ਮਾਰ ਕੇ ਇਹ ਸਰੀਰ ਨੂੰ ਸੁੰਨ ਕੀਤਾ, ਇਹ ਫਿਰ ਮਾੜੀ ਜਿਹੀ ਝਲਕ ਪਊ, ਫਿਰ ਵੀ ਉਹ ਅਵਸਥਾ ਨਹੀਂ ਬਣਦੀ ਜਿਹੜੀ ਤੁਸੀਂ ਕਹਿੰਦੇ ਨਹੀਂ, ਮਾੜੀ ਝਲਕ ਪਊਗੀ, ਮਾੜੀ ਜਿਹੀ ਮਾੜੀ ਝਲਕ ਪਊ, ਪਰ ਤਾਂ ਇੰਨਾ ਅਭਿਆਸ ਨਹੀਂ ਹੁੰਦਾ, ਅੱਜ ਮੈਨੂੰ ਕਰਕੇ ਦਿਖਾਓ, ਨਹੀਂ ਅਭਿਆਸ ਹੁੰਦਾ। ਫਿਰ ਇਸ ਨੂੰ ਜਿਹੜਾ ਕਹਿੰਦੇ ਆਪਾਂ ਜਿਉਂਦੇ ਜੀ ਮਰਨਾ, ਜਦੋਂ ਕਿਸੇ ਮਹਾਂਪੁਰਸ਼ ਨੇ ਬਚਨ ਕਰਨੇ ਨੇ, ਉਹ ਬਚਨ ਕਰਕੇ ਉਹਦੇ ਉੱਪਰ ਚੱਲਣ, ਉਹ ਬਚਨ ਨੂੰ ਕਮਾਉਣਾ। ਉਹ ਬਚਨ ਬਾਰੇ ਕਹਿੰਦੇ ਮਹਾਰਾਜ ਬਾਣੀ ਵੀ ਕਹਿੰਦੀ ਆ, ਜਿਉਂਦੇ ਜੀ ਮਰਨਾ ਪੈਂਦਾ। ਰੱਬ ਦੇ ਪਿਆਰੇ ਵੀ ਕਹਿੰਦੇ ਨੇ ਇਹਨੂੰ ਪਾਉਣ ਦੇ ਖਾਤਰ ਜਿਉਂਦੇ ਜੀ ਮਰਨਾ ਪੈਂਦਾ ਕਹਿੰਦੇ ਨੇ, ਪਰ ਕੀ ਕਹਿੰਦੇ ਨੇ, ਜਦੋਂ ਗੁਰਾਂ ਦੇ ਬਚਨ ਨੂੰ ਕਮਾਉਣਾ ਪੈਂਦਾ, ਇਸ ਤਰ੍ਹਾਂ ਕਹਿੰਦੇ ਮਹਾਰਾਜ ਦੀ ਬਾਣੀ।
ਉਹ ਜਿਉਂਦੇ ਜੀ ਮਰਨਾ ਪੈਂਦਾ ਏ, ਬਚਨ ਕਮਾਉਣਾ ਸਤਿਗੁਰ ਦਾ। ਜਿਉਂਦੇ ਜੀ ਮਰਨਾ ਪੈਂਦਾ ਏ, ਬਚਨ ਕਮਾਉਣਾ ਸਤਿਗੁਰ ਦਾ। ਜਿਉਂਦੇ ਜੀ ਮਰਨਾ ਪੈਂਦਾ ਏ, ਬਚਨ ਕਮਾਉਣਾ ਸਤਿਗੁਰ ਦਾ। ਜਿਉਂਦੇ ਜੀ ਮਰਨਾ ਪੈਂਦਾ ਏ, ਬਚਨ ਕਮਾਉਣਾ ਸਤਿਗੁਰ ਦਾ। ਬਚਨ ਕਮਾਉਣਾ ਸਤਿਗੁਰਾਂ ਦਾ, ਬਚਨ ਕਮਾਉਣਾ ਸਤਿਗੁਰਾਂ ਦਾ, ਬਚਨ ਕਮਾਉਣਾ ਸਤਿਗੁਰ ਦਾ, ਬਚਨ ਕਮਾਉਣਾ ਸਤਿਗੁਰ ਦਾ। ਬਚਨ ਕਮਾਉਣਾ ਸਤਿਗੁਰਾਂ ਦਾ, ਬਚਨ ਕਮਾਉਣਾ ਸਤਿਗੁਰਾਂ ਦਾ, ਬਚਨ ਕਮਾਉਣਾ ਸਤਿਗੁਰਾਂ ਦਾ, ਬਚਨ ਕਮਾਉਣਾ ਸਤਿਗੁਰਾਂ ਦਾ। ਮਰਨਾ ਪੈਂਦਾ ਏ, ਬਚਨ ਕਮਾਉਣਾ ਸਤਿਗੁਰਾਂ ਦਾ। ਜਦੋਂ ਸਤਿਗੁਰਾਂ ਦਾ, ਮਹਾਂਪੁਰਸ਼ਾਂ ਦਾ, ਰੱਬ ਦੇ ਪਿਆਰਿਆਂ ਦਾ ਜਿਹੜਾ ਬਚਨ ਆ ਉਹਨੂੰ ਕਮਾਉਣਾ। ਬਚਨ ਦਾ ਕੀ ਭਾਵ ਆ? ਕਿਸੇ ਮਹਾਂਪੁਰਸ਼ ਦੇ ਮੁਖ ਦੇ ਵਿੱਚੋਂ ਬਚਨ ਨਿਕਲ ਗਿਆ, ਉਹਨੂੰ ਕਮਾ ਲਓ, ਉਹਨੂੰ ਕਮਾ ਲਓ। ਉਹਨੂੰ ਜਦੋਂ ਕਮਾ ਲਿਆ ਨਾ, ਅਤੇ ਫਿਰ ਉਹ ਜਿਹੜਾ ਸ਼ਬਦ ਆ, ਜਿਹੜਾ ਆਪਾਂ ਸ਼ਬਦ ਕਹਿੰਦੇ ਹਾਂ, ਸੂਖਸ਼ਮ ਸ਼ਬਦ ਆ, ਜਿਹੜਾ ਮਰਦਾ ਨਹੀਂ, ਜਿਹੜਾ ਜੰਮਦਾ ਨਹੀਂ, ਜਿਹਨੂੰ ਅੱਗ ਜਾਲ ਨਹੀਂ ਸਕਦੀ ਹੈ, ਜਿਹਨੂੰ ਪਾਣੀ ਡੋਬ ਨਹੀਂ ਸਕਦਾ ਹੈ, ਅਤੇ ਜਿਹੜਾ ਸਾਧ ਸੰਗਤ ਜੀ ਕਿਸੇ ਬਰਤਨ ਵਿੱਚ ਹਵਾ ਉਹਨੂੰ ਉਡਾ ਨਹੀਂ ਸਕਦੀ ਹੈ, ਉਹ ਸ਼ਬਦ ਹੈ। ਉਹ ਸ਼ਬਦ ਜਦੋਂ ਮਹਾਂਪੁਰਸ਼ਾਂ ਨੇ
ਉਸ ਦਾ ਮਰਾਪ ਕਰਾਤਾ, ਉਹ ਬਚਨ ਨੂੰ ਮੰਨ ਕੇ ਹੁੰਦਾ ਹੈ। ਫਿਰ ਜਿਹੜਾ ਬੰਦਾ ਮਹਾਂਪੁਰਸ਼ ਦੇ ਮੁਖ ਤੋਂ ਨਿਕਲ ਕੇ ਬਚਨ ਨੂੰ ਕਮਾ ਲਿਆ, ਉਹਨੂੰ ਕੀ ਕਹਿੰਦੇ ਨੇ? ਗੁਰਮੁਖ। ਗੁਰਮੁਖ ਉਸ ਨੂੰ ਕਹਿੰਦੇ ਨੇ ਨਾ। ਅੱਜ ਤਾਂ ਜਣਿਆਂ ਨੂੰ ਕਹਿੰਦੇ ਨੇ ਆਪ ਹੀ ਗੁਰਮੁਖਾ। ਗੁਰਮੁਖ ਬਣਨਾ ਹੀ ਬਹੁਤ ਬੜੀ ਘਾਟੀ ਹੈ। ਮਹਾਂਪੁਰਸ਼ ਬਣਨਾ, ਸੰਤ ਬਣਨਾ, ਰੱਬ ਦੇ ਪਿਆਰੇ ਬਣਨਾ ਬਹੁਤ ਔਖੀ ਮੰਜ਼ਿਲ ਆ। ਜੇ ਗੁਰਮੁਖ ਬਣ ਜਾਈਏ ਫਿਰ ਵੀ ਬੜੀ ਔਖੀ ਘਾਟੀ ਹੈ। ਗੁਰਮੁਖ ਕਹਿੰਦੇ ਨੇ ਕਿਸੇ ਮਹਾਂਪੁਰਸ਼ ਦੇ ਮੂੰਹ ਦੇ ਵਿੱਚੋਂ ਨਿਕਲਿਆ ਬਚਨ ਉਹਨੂੰ ਸਾਹਮਣਾ ਥੱਲੇ ਗਿਰ ਨਹੀਂ ਦੇਣਾ, ਥੱਲੇ ਨਹੀਂ ਗਿਰ ਦੇਣਾ। ਮੂੰਹ ਦੇ ਵਿੱਚੋਂ ਕੱਢਿਆ ਨਹੀਂ ਮਹਾਂਪੁਰਸ਼ ਨੇ, ਜਦ ਹੀ ਕਮਾ ਲਓ, ਜਦ ਹੀ ਕਮਾ ਲਓ, ਉਹਨੂੰ ਕਹਿੰਦੇ ਨੇ ਗੁਰਮੁਖ। ਗੁਰਮੁਖ ਜੇ ਗੁਰਮੁਖ ਵੀ ਬਣ ਜਾਵੇ ਤਾਂ ਸਾਧ ਸੰਗਤ ਉਹ ਵੀ ਅੱਜ ਬਹੁਤ ਬੜੀ ਉੱਚੀ ਘਾਟੀ। ਕਹਿੰਦੇ ਮੈਂ ਮਹਾਂਪੁਰਸ਼ ਬਣਨਾ, ਸੰਤ ਬਣਨਾ, ਰੱਬ ਦੇ ਪਿਆਰੇ ਬਣਨਾ, ਬ੍ਰਹਮ ਗਿਆਨੀ ਬਣਨਾ, ਬ੍ਰਹਮ ਅਵਸਥਾ ਨੂੰ ਪਾਉਣਾ ਔਖੀ ਆ ਮੰਜ਼ਿਲ। ਹਾਂ, ਔਖੀ ਵੀ ਨਹੀਂ, ਸੌਖੀ ਬਹੁਤ ਆ। ਔਖੀ ਵੀ ਹੈ, ਸੌਖੀ ਬਹੁਤ ਆ। ਹੁਣ ਇਹ ਸਾਰੇ ਪੜ੍ਹਾਈਆਂ ਨੇ, ਪੜ੍ਹਾਈਆਂ ਨੇ। ਜਿਸ ਨੇ ਵੀ ਇਹ ਕਮਾਈ ਕਰ ਲਈ, ਬਚਨ ਮੰਨ ਲਿਆ, ਉਸ ਨੂੰ ਇਹ ਜਿਹੜੀ ਅਵਸਥਾ, ਇਹ ਸ਼ਬਦ ਪ੍ਰਾਪਤ ਹੋ ਜਾਂਦਾ ਹੈ। ਹੁਣ ਇਸੇ ਤਰ੍ਹਾਂ ਇੱਕ ਸਮਝ ਦੀ ਬਚਨ ਇਹ, ਸੰਤ ਬਾਬਾ ਨਾਨਕ ਸਿੰਘ ਜੀ ਨੂੰ ਸਾਰੀ ਦੁਨੀਆ ਜਾਣਦੀ ਹੈ। ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਐਡੇ ਬੜੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਨੇ ਸਾਖਸ਼ਾਤ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇ ਸਰੂਪ ਨੂੰ ਪ੍ਰਗਟ ਕਰਕੇ ਦਿਖਾਤਾ ਸੰਗਤਾਂ ਨੂੰ। ਬਾਬਾ ਨਾਨਕ ਸਿੰਘ ਜੀ ਨੇ, ਅਸੀਂ ਤਾਂ ਅੱਜ ਭੋਗ ਲਾਉਨੇ ਆ, ਪਤਾ ਨਹੀਂ ਲੱਗਦਾ, ਪਤਾ ਨਹੀਂ ਲੱਗਦਾ, ਪਤਾ ਨਹੀਂ। ਭੋਗ ਲਾਉਣੇ ਜ਼ਰੂਰ ਆ, ਪਰ ਸਾਨੂੰ ਸਾਹਸ ਨਹੀਂ ਹੁੰਦਾ, ਪਤਾ ਨਹੀਂ ਲੱਗਦਾ, ਪਤਾ ਨਹੀਂ ਲੱਗਦਾ। ਬਾਬਾ ਨਾਨਕ ਸਿੰਘ ਜੀ ਨੇ ਪਰਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ, ਅਰਦਾਸ ਕਰਨ ਲੱਗੇ, ਦੇਗ ਬਣਾ ਕੇ ਥਾਲ ਦੇ ਵਿੱਚ ਰੱਖ ਲਈ, ਉੱਤੇ ਚਿੱਟੇ ਕੱਪੜੇ ਦੇ ਨਾਲ ਉਸ ਨੂੰ ਢੱਕ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਧੰਨ ਗੁਰੂ ਨਾਨਕ ਪਾਤਸ਼ਾਹ, ਜੇ ਤੁਸੀਂ ਸਾਖਸ਼ਾਤ ਹੋ ਨਾ, ਫਿਰ ਆਹ ਜਿਹੜੀ ਦੇਗ ਆ, ਜਦੋਂ ਮੈਂ ਭੋਗ ਲਵਾਉਂਗਾ ਉਸਨੂੰ, ਇਹ ਦੇਗ ਖਾਧੀ ਹੋਵੇ, ਵਿੱਚੋਂ ਖਾਲੀ ਹੋਵੇ। ਜੇ ਇਹ ਖਾਧੀ ਨਾ, ਇਹਦੇ ਵਿੱਚ ਦੇਗ ਪਈ ਹੋਈ, ਮੈਂ ਤੁਹਾਨੂੰ ਗੁਰੂ ਨਹੀਂ ਮੰਨਦਾ, ਮੈਂ ਤੁਹਾਨੂੰ ਗੁਰੂ ਨਾਨਕ ਨਹੀਂ ਮੰਨਦਾ। ਇੱਥੇ ਤੱਕ ਬਾਜੀ ਬਾਬਾ ਨਾਨਕ ਸਿੰਘ ਨੇ ਲਾਤੀ। ਜਦੋਂ ਅਰਦਾਸ ਕਰਨ ਲੱਗੇ, ਬਾਬਾ ਜੀ ਆਪ ਦੇਗ ਬਣਾ ਕੇ ਰੱਖ ਲਈ, ਅਰਦਾਸ ਕੀਤੀ, ਅਰਦਾਸ ਕਰ ਰਹੇ ਨੇ। ਬੜਾ ਸਮਾਂ ਹੋਇਆ, ਬੜਾ ਸਮਾਂ ਹੋਇਆ, ਅਰਦਾਸ ਕਬੂਲ ਹੋਈ। ਜਦੋਂ ਦੇਖਿਆ, ਕਹਿੰਦੇ ਐਂ ਕਰੋ ਸਿੰਘੋ, ਇਹਦੇ ਉੱਪਰੋਂ ਜਿਹੜਾ ਬਸਤਰਾ ਥਾਲ 'ਚ ਉੱਪਰ ਬਸਤਰ ਨੂੰ ਚੱਕੋ। ਉਹ ਜਦੋਂ ਚੱਕਿਆ, ਉਹਦੇ ਵਿੱਚ ਇੱਕ ਕਣਕਾ ਵੀ ਦੇਗ ਦਾ ਨਾ, ਸਾਰੀ ਦੇਗ ਖਾਧੀ ਹੋਈ ਜਾਣੀ ਕਿ। ਕਹਿੰਦੇ ਮਹਾਰਾਜ ਜੀ ਬੜੀ ਕਿਰਪਾ ਹੋ ਗਈ, ਮੈਨੂੰ ਮੰਨ ਗਏ, ਤੁਹਾਨੂੰ ਉਹ ਤੁਹਾਨੂੰ ਲੱਗ ਗਿਆ। ਫਿਰ ਇੱਕ ਬਚਨ ਹੋਰ ਕਰਤਾ ਬਾਬਾ ਨਾਨਕ ਸਿੰਘ ਜੀ ਨੇ, ਕਹਿਣ ਲੱਗੇ ਵੀ ਹੁਣ ਮੈਂ ਤੁਹਾਨੂੰ ਤਾਂ ਸਾਖਸ਼ਾਤ ਮੰਨੂਗਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਮੈਨੂੰ ਦਰਸ਼ਨ ਦੇਵੋ। ਫਿਰ ਬਾਬਾ ਨਾਨਕ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਜੀ ਹੋ ਜਾ ਕਰਨ ਇੱਕ ਪਾਸੇ, ਜਦੋਂ ਇਹਨਾਂ ਸਰੂਪ ਫਟੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਹੋ ਜਾਵੇ। ਜਦੋਂ ਗੁਰੂ ਨਾਨਕ ਦਾ ਸਰੂਪ ਫਟੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੋ ਜਾਵੇ। ਤਾਂ ਸਾਧ ਸੰਗਤ ਜੀ, ਫਿਰ ਉਹਨਾਂ ਨੂੰ ਤਸੱਲੀ ਹੋਈ ਵੀ ਮੈਨੂੰ ਪੂਰਨ ਭਰੋਸਾ ਹੋ ਗਿਆ।
ਤੇ ਸਾਧ ਸੰਗਤ ਇਸ ਤਰ੍ਹਾਂ ਜਦੋਂ ਵੀ ਆਪਾਂ ਭਗਤੀ ਕਰਦੇ ਹਾਂ, ਆਪਾਂ ਸਿਮਰਨ ਕਰਦੇ ਹਾਂ, ਆਪਾਂ ਭਜਨ ਕਰਦੇ ਹਾਂ, ਆਪਾਂ ਨੂੰ ਇਹ ਸਾਥ ਹੋਣਾ ਚਾਹੀਦਾ ਵੀ ਰੱਬ ਪਰਮੇਸ਼ਰ ਸਰਵ ਸ਼ਕਤੀਮਾਨ ਜਿਹੜਾ ਹੈਗਾ ਤੇ ਉਹ ਅੱਜ ਕਿੱਥੇ ਹੈ। ਸਾਧ ਸੰਗਤ ਇਸ ਤਰ੍ਹਾਂ ਪੜ੍ਹੋ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਕਿਵੇਂ ਪ੍ਰਗਟ ਕੀਤਾ ਗੁਰੂ ਨਾਨਕ ਮਹਾਰਾਜ ਨੂੰ। ਧੰਨ ਗੁਰੂ ਨਾਨਕ ਜੀ ਕਿਰਪਾ ਹੋਗੀ ਤੇਰੀ, ਧੰਨ ਗੁਰੂ ਨਾਨਕ ਜੀ ਕਿਰਪਾ ਹੋਗੀ ਤੇਰੀ। ਧੰਨ ਗੁਰੂ ਨਾਨਕ ਜੀ ਕਿਰਪਾ ਹੋਗੀ ਤੇਰੀ, ਧੰਨ ਗੁਰੂ ਨਾਨਕ ਜੀ ਕਿਰਪਾ ਹੋਗੀ ਤੇਰੀ। ਕਿਰਪਾ ਹੋਗੀ ਤੇਰੀ, ਕਿਰਪਾ ਹੋਗੀ ਤੇਰੀ, ਕਿਰਪਾ ਹੋਗੀ ਤੇਰੀ, ਕਿਰਪਾ ਹੋਗੀ ਤੇਰੀ। ਉਹਨਾਂ ਮਹਾਂਪੁਰਸ਼ਾਂ ਨੇ ਇਹ ਸਾਖਸ਼ਾਤ ਸ਼ਬਦ ਨੂੰ ਦੇਖਿਆ, ਪ੍ਰਗਟ ਕਰਿਆ। ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਸਾਖਸ਼ਾਤ ਤੇ ਗੁਰੂ ਸ਼ਬਦ ਨੂੰ ਪ੍ਰਗਟ ਕੀਤਾ ਤੇ ਉਹਦੇ ਦਰਸ਼ਨ ਕੀਤੇ, ਸੰਗਤਾਂ ਨੂੰ ਦਰਸ਼ਨ ਕਰਾਏ ਨੇ ਉਹਨਾਂ ਨੇ। ਪਰ ਸਾਧ ਸੰਗਤ ਜੀ ਇਹਦੇ ਬਾਰੇ ਇੱਕ 10ਵੇਂ ਪਾਤਸ਼ਾਹ ਨੇ ਕਿਹਾ, ਇੰਨੀ ਸਕਾਲੀ ਨਹੀਂ ਹੈ ਬਸ ਜੇ ਆਪਾਂ ਕਹੀਏ। ਖੰਡਿਓ ਤਿੱਖੀ ਬਾੜੋ ਨਿੱਕੀ, ਔਖੀਆ ਕਮਾਉਣੀ ਗੁਰ ਸਿੱਖੀ। ਗੁਰ ਸਿੱਖੀ ਹੈ ਨਾ ਜਿਹੜੀ ਗੁਰਸਿੱਖੀ, ਇਹ ਬੜੀ ਕਮਾਉਣੀ ਔਖੀ ਹੈ, ਬੜੀ ਔਖੀ ਹੈ। ਦਸ਼ਮੇਸ਼ ਪਿਤਾ ਦੇ ਬੱਚੇ ਨੇ ਏਦਾਂ ਬੜੋ ਕਿਵੇਂ ਕਰਦੇ ਨੇ। ਖੰਡਿਓ ਸਿੱਖੀ ਬਾੜੋ ਨਿੱਕੀ, ਗੁਰ ਸਿੱਖੀ ਹੈ
ਇਹ ਤਾਂ ਔਖੀ ਹੈ ਕਮਾਉਣੀ ਖਾਲਸਾ। ਖੰਡਿਓ ਟਿੱਕੀ ਬਾੜੋ ਨਿੱਕੀ ਗੁਰ ਸਿੱਖੀ ਹੈ। ਇਹ ਤਾਂ ਔਖੀ ਹੈ ਕਮਾਉਣੀ ਖਾਲਸਾ। ਨਿੱਕੀ ਗੁਰ ਸਿੱਖੀ ਹੈ। ਇਹ ਤਾਂ ਔਖੀ ਹੈ ਕਮਾਉਣੀ ਖਾਲਸਾ। ਖੰਡਿਓ ਟਿੱਕੀ ਬਾੜੋ ਨਿੱਕੀ ਗੁਰ ਸਿੱਖੀ ਹੈ। ਔਖੀ ਹੈ ਕਮਾਉਣੀ ਖਾਲਸਾ। ਬਾਬਾ ਜੀ ਨਰਸਿੰਘ ਜੀ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਗਟ ਕੀਤਾ, ਗੁਰੂ ਸ਼ਬਦ ਨੂੰ ਪ੍ਰਗਟ ਕੀਤਾ ਬਾਬਾ ਨਾਨਕ ਸਿੰਘ ਕਲੇਰਾਂ ਵਾਲੇ ਨੇ, ਉਹਨਾਂ ਨੇ ਕਿਵੇਂ ਪ੍ਰਾਪਤ ਕੀਤੀ ਇਹ ਅਵਸਥਾ? ਮਹਾਨਾਮ ਸਿੰਘ ਜੀ ਲਿਖੀ ਜਾਓ ਮੇਰੇ ਬਚਨ ਭਾਵੇਂ ਜਿਹਨੇ ਲਿਖਣੇ ਨੇ। ਕੋਈ ਵੀ ਸੰਪਰਦਾਇ ਦਾ ਬੈਠਾ ਉਹ ਇੱਕ ਇੱਕ ਬਚਨ ਮੇਰਾ ਸੱਚਾ ਹੋਊਗਾ, ਜਾ ਕੇ ਦੇਖ ਲਿਓ, ਜਾ ਕੇ ਪੁੱਛ ਲਿਓ। ਇੱਕ ਵੀ ਝੂਠੇ ਨੂੰ ਮੇਰੇ ਦੇਖੀਆਂ ਗੱਲਾਂ ਦੱਸਦਾ ਨਾ, ਮੈਂ ਕਦੇ ਪੜ੍ਹੀਆਂ ਨਹੀਂ ਕਰਦਾ। ਜ਼ਿਲ੍ਹਾ ਬਠਿੰਡਾ ਦੇ ਵਿੱਚ ਪੁੱਛੋ ਮੰਡੀ ਹੈ, ਉੱਥੇ ਸੰਤ ਬਾਬਾ ਮਹਾਨਾਮ ਸਿੰਘ ਜੀ ਬ੍ਰਹਮ ਅਵਸਥਾ ਦੇ ਮਾਲਕ ਜਿਹਨਾਂ ਨੇ ਸ਼ਬਦ ਆਪ ਦੇਖਿਆ, ਉਹ ਵਿਰਾਜਮਾਨ ਨੇ। ਉਹਨਾਂ ਦੇ ਚਰਨਾਂ ਦੇ ਵਿੱਚੋਂ ਬਾਬਾ ਨਾਮ ਸਿੰਘ ਜੀ ਨੇ ਸਾਰੀ ਵਿੱਦਿਆ ਹਾਸਲ ਕੀਤੀ ਹੈ। ਰੂਹਾਨੀਅਤ ਦੀ ਜਿਹੜੀ ਬਾਹਰਲੀ ਵਿੱਦਿਆ ਕੁਛ ਹੋਰ ਹੈ, ਪੜ੍ਹਾਈ ਦੀ ਵਿੱਦਿਆ ਕੁਛ ਹੋਰ ਹੈ। ਜਿਹੜੀ ਪੜ੍ਹਾਈ ਦੀ ਵਿੱਦਿਆ ਉਹ ਤਾਂ ਵੇਦਾਂ ਦੀ ਹੈ, ਉਹ ਤਾਂ ਗ੍ਰੰਥਾਂ ਦੀ ਹੈ, ਉਹ ਤਾਂ ਬਾਹਰਲੇ ਖੋਜਾਂ ਨੇ, ਤਿੰਨਾਂ ਗੁਣਾਂ ਦੀਆਂ, ਰਜੋ ਤਮੋ ਸਤੋ, ਇਹ ਖੋਜਾਂ ਨੇ। ਜਿਹੜੀ ਰੂਹਾਨੀਅਤ ਦੀ ਖੋਜ ਆ, ਜਿਹੜੀ ਉਹ ਸ਼ਬਦ ਨੂੰ ਭਾਲਣਾ, ਉਹਦੀ ਖੋਜ ਆ। ਉਹਦੀ ਖੋਜ ਅੰਦਰ ਕਰਨੀ ਆ, ਅੰਦਰ ਮਿਲੂ ਸਭ ਕੁਛ, ਬਾਹਰ ਨਹੀਂ ਮਿਲਦਾ। ਜਦੋਂ ਅੰਦਰਲੀ ਖੋਜ ਕਰਨ ਦੀ ਖਾਤਰ ਭਾਲ ਕੀਤੀ, ਪਤਾ ਲੱਗਿਆ ਇਹਦਾ ਵਪਾਰੀ ਇਹ ਸ਼ਬਦ ਨੂੰ ਵੇਚਣ ਵਾਲਾ ਕਿੱਥੇ ਬੈਠਾ? ਕਹਿੰਦੇ ਪੁੱਛੋ ਮੰਡੀ ਜ਼ਿਲ੍ਹਾ ਬਠਿੰਡਾ ਵਿੱਚ ਆ। ਉੱਥੇ ਪਹੁੰਚ ਗਏ। ਉੱਥੇ ਪਹੁੰਚੇ, ਸਿੱਖੀ ਧਾਰਨ ਕੀਤੀ, ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹਿਣ ਲੱਗੇ। ਮਹਾਰਾਜ ਮੈਨੂੰ ਉਹ ਸ਼ਬਦ ਦੇ ਦਰਸ਼ਨ ਕਰਾਓ ਜਿਹੜੇ ਇਹਨਾਂ ਅੱਖਾਂ ਨੂੰ ਨਹੀਂ ਦਿਖਦੇ, ਮੈਨੂੰ ਉਹ ਵਸਤੂ ਦਿਖਾਓ ਜਿਹੜੀ ਇਹਨਾਂ ਅੱਖਾਂ ਨੂੰ ਨਹੀਂ ਦਿਖਦੀ ਹੈ। ਤਾਂ ਇਹਦੇ ਵਿੱਚ ਬਹੁਤ ਕਿਸਵੱਟੀਆਂ ਲੱਗਦੀਆਂ ਨੇ, ਬਹੁਤ ਕਿਸਵੱਟੀਆਂ ਲੱਗਦੀਆਂ ਨੇ।
कबीर साहब के वचन ने, कबीर कसवट्टी राम की, झूठा टिके न कोए। राम कसवट्टी सोस है जो मर जीवा होए। ये कबीर साहब के वचन ने, जो जिउंदे जी मर जे वो कदे सह सकदा। इदा पढ़ो। ਜਦੋਂ ਲੱਗਦੀ ਐ ਰਾਮ ਕਸਵੱਟੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਐ ਰਾਮ ਕਸਵੱਟੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਰਾਮ ਕਸਵੱਟੀ, ਪਾਸ ਹੁੰਦੇ ਜੀਵੜੇ। ਲੱਗਦੀ ਐ ਰਾਮ ਕਸਵੱਟੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗ ਇੱਕ ਦਿਨ ਦੇ ਬਚਨ ਆਪਣੀ ਮਾਂ ਦੇ ਵਿੱਚ ਬੈਠੇ ਨੇ ਮਹਾਂਪੁਰਸ਼। ਮਾਂ ਦੇ ਵਿੱਚ ਬੈਠੇ ਬੈਠੇ ਬਚਨ ਕੀਤੇ ਬਾਬਾ ਨਾਨਕ ਸਿੰਘ ਨੂੰ। ਕਹਿੰਦੇ ਨਾਨਕ ਸਿਆ, ਕਹਿੰਦੇ ਹਾਂ ਮਹਾਰਾਜ। ਕਹਿੰਦੇ ਸਾਨੂੰ ਦੁੱਧ ਛਕਾ ਤੇ ਨਾ ਠੰਡਾ ਹੋਵੇ ਨਾ ਗਰਮ ਹੋਵੇ, ਨਾ ਮਿੱਠਾ ਜ਼ਿਆਦੇ ਹੋਵੇ ਤੇ ਨਾ ਘੱਟ ਹੋਵੇ। ਉਹ ਲੈ ਗਿਆ ਸਤ ਵਚਨ ਮਹਾਰਾਜ। ਸਤ ਵਚਨ ਕਹਿ ਕੇ ਬਾਬਾ ਨਾਨਕ ਸਿੰਘ ਜੀ, ਮਹਾਰਾਜ ਨਾਮ ਸਿੰਘ ਜੀ ਪੁੱਛੋ ਵਾਲਿਆਂ ਦੇ ਚਰਨਾਂ ਵਿੱਚ ਰਹਿੰਦੇ ਹੋਏ ਕਹਿਣ ਲੱਗੇ, ਬਾਬਾ ਜੀ ਮੈਂ ਦੁੱਧ ਲਿਆਉਣਾ ਗਰਮ ਕਰਕੇ। ਬਾਗੇ ਨਾ ਬਹੁਤਾ ਗਰਮ ਲਿਆਂਦਾ, ਨਾ ਬਹੁਤਾ ਠੰਡਾ ਲਿਆਂਦਾ, ਨਾ ਬਹੁਤਾ ਮਿੱਠਾ ਪਾਇਆ, ਨਾ ਬਹੁਤਾ ਫਿੱਕਾ ਗਿਆ। ਜਿਵੇਂ ਕਿਹਾ ਸੀ ਉਦੋਂ ਹੀ ਲਿਆਂਦਾ, ਉਦੋਂ ਹੀ ਕਰਕੇ ਵਧੀਆ ਕਰਕੇ ਲਿਆਂਦਾ। ਗੱਦੀ ਉੱਪਰ ਬੈਠੇ ਨੇ ਮਹਾਂਪੁਰਸ਼। ਲਓ ਮਹਾਰਾਜ ਦੁੱਧ ਛਕੋ। ਅੱਗੇ ਕੱਪ ਨਹੀਂ ਹੁੰਦੇ ਸੀ, ਅੱਗੇ ਛੋਟੇ ਛੋਟੇ ਗਲਾਸ ਨਹੀਂ ਹੁੰਦੇ ਸੀ। ਸੰਨ 47 ਦੇ ਵਿੱਚ ਨਾ ਸਾਰਿਆਂ ਨੂੰ ਪਤਾ ਹੋਊਗਾ, 47 ਤੋਂ ਬਾਅਦ ਵਿੱਚ ਵੀ ਪਤਾ ਹੋਊਗਾ, ਬੜੇ ਬੜੇ ਕੰਕੜੀ ਦੇ ਗਲਾਸ ਹੁੰਦੇ ਸੀ। ਅੱਗੇ ਬੜੀਆਂ ਬੜੀਆਂ ਪ੍ਰਾਂਤਾਂ ਹੁੰਦੀਆਂ, ਬੜੇ ਬੜੇ ਕਾਂਸੀ ਦੇ ਥਾਲ ਹੁੰਦੇ ਸੀ, ਕਾਂਸੀ ਦੇ ਛੰਨੇ ਹੁੰਦੇ, ਜਿਹਨੂੰ ਛੰਨੇ ਕਹਿੰਦੇ, ਬੜੇ ਬੜੇ ਛੰਨੇ ਹੁੰਦੇ ਸੀ। ਉਹ ਪੁਰਾਣੇ ਸਮੇਂ ਦੀਆਂ ਵਸਤਾਂ ਹੋਰ ਸੀ, ਅੱਜ ਕੁਛ ਹੋਰ ਬਣ ਗਈਆਂ। ਉਹਨਾਂ ਸਮੇਂ ਵਿੱਚ ਕੰਕੜੀ ਦਾ ਗਲਾਸ ਹੁੰਦਾ ਸੀ। ਕੰਕੜੀ ਦੇ ਗਲਾਸ ਦੇ ਵਿੱਚ ਦੁੱਧ ਪਾ ਕੇ ਲਿਆਂਦਾ। ਲਓ ਮਹਾਰਾਜ ਛਕੋ ਦੁੱਧ। ਬਾਬਾ ਜੀ ਨੇ ਦੁੱਧ ਫੜਿਆ, ਮੂੰਹ ਨੂੰ ਨਹੀਂ ਲਾਇਆ, ਹਾਲੇ ਦੇਖਿਆ ਵੀ ਨਹੀਂ ਹੈ। ਫੜਿਆ, ਚੱਕ ਕੇ ਗਲਾਸ ਐ ਦੋਏ ਹੱਥਾਂ ਨਾਲ ਪਕਾ ਕੇ ਬਾਬਾ ਨਾਨਕ ਸਿੰਘ ਦੇ ਪੈਰਾਂ 'ਤੇ ਮਾਰਿਆ।
ਨੰਗੇ ਪੈਰ ਸੀਗੇ। ਜਦੋਂ ਪੈਰਾਂ ਦੇ ਉੱਪਰ ਮਾਰਿਆ, ਉਹ ਪੈਰਾਂ ਦੇ ਵਿੱਚੋਂ ਦੇਖ ਰਹੇ ਉਹ ਲਾਸ਼ ਦੇ ਬਣ ਗਏ ਕੰਢੇ, ਖੂਨ ਨਿਕਲਣ ਲੱਗ ਗਿਆ। ਨਾਲੇ ਕਹਿਣ ਲੱਗੇ, ਉਹ ਕਹਿੰਦੇ ਤੈਨੂੰ ਕਿਹਾ ਸੀਗਾ ਵੀ ਇਹ ਫਿੱਕਾ ਲਿਆਉਣਾ ਸੀ, ਤੂੰ ਮਿੱਠਾ ਲਿਆ, ਤੈਨੂੰ ਕਿਹਾ ਸੀ ਗਰਮ ਲਿਆਉਣਾ, ਠੰਡਾ ਲਿਆ। ਮਹਾਰਾਜ ਜੀ ਮੈਂ ਤਾਂ ਉੱਤੇ ਲਿਆ ਸੀਗਾ, ਮੈਂ ਨਹੀਂ ਕਿਹਾ ਵੀ ਕਿਵੇਂ ਕੀਤਾ ਕਿਵੇਂ ਨਹੀਂ ਕੀਤਾ, ਬਸ ਹੱਥ ਜੋੜ ਕੇ ਖੜੇ ਰਹੇ। ਇੱਥੇ ਤੱਕ ਨਹੀਂ ਗਿਆ, ਬੜੇ ਬੜੇ ਭੜੇ ਸ਼ਬਦ ਵੀ ਕਹੇ, ਜਾ ਭੱਜ ਜਾ ਕੰਜਰਾ, ਮਰ ਜਾ, ਖੱਪ ਜਾ, ਤੂੰ ਮੇਰੇ ਕੋਲ ਕਿੱਥੋਂ ਆ ਗਿਆ, ਭੱਜ ਜਾ, ਦੌੜ ਜਾ, ਨਿਕਲ ਜਾ। ਹੱਥ ਜੋੜ ਕੇ ਖੜਾ ਰਿਹਾ। ਜਦੋਂ ਦੁਬਾਰਾ ਬਾਬਾ ਰਾਮ ਸਿੰਘ ਨੇ ਨੇਤਰ ਖੋਲ੍ਹੇ ਨਾ, ਵੀ ਇਹ ਤਾਂ ਖੜੇ ਹੀ ਹੱਥ ਜੋੜੀ, ਹਲੇ ਗਿਆ ਨਹੀਂ ਹੈ। ਫਿਰ ਬਾਬਾ ਜੀ ਕਹਿੰਦੇ ਉਹਨੂੰ, ਉਹ ਕਹਿੰਦੇ ਹੱਥ ਜੋੜੀ ਕਿਉਂ ਖੜਾ ਮੇਰੇ ਕੋਲੇ, ਕਹਿੰਦੇ ਜਾਂ ਮਰ ਜਾ, ਕਹਿੰਦੇ ਕਿਸੇ ਖੂਹ ਸਾਲ ਪਾ ਕੇ ਮਰ ਜਾ, ਕਹਿੰਦਾ ਜਾ। ਇਹ ਵਚਨ ਕੀਤੇ। ਬਾਬਾ ਨਾਨਕ ਸਿੰਘ ਜੀ ਨੇ ਜਦੋਂ ਇਹ ਵਚਨ ਸੁਣੇ ਨਾ ਕੰਨਾਂ ਦੇ ਵਿੱਚੋਂ, ਵੀ ਮੈਨੂੰ ਕਹਿੰਦੇ ਨੇ ਖੂਹ ਸਾਲ ਮਾਰ ਕੇ ਮਰ ਜਾ, ਬਾਬਾ ਜੀ ਸਾਲ ਮਾਰ ਕੇ ਭੱਜ ਲਏ। ਅੱਗੇ ਬਰਾਨ ਖੂਹ ਹੁੰਦੇ ਸੀ ਟਿੰਡਾਂ ਵਾਲੇ, ਟਿੰਡਾ ਹਲਟ ਚੱਲਦੇ ਹੁੰਦੇ, ਟਿੰਡਾ ਚੱਲਦੇ ਹੁੰਦੇ ਤੇ ਟੱਕ ਟੱਕ ਘੱਟੇ ਖੜਕਦੇ ਹੁੰਦੇ ਤੇ ਊਠ ਵੀ ਜੁੜਦੇ ਸੀ, ਬਲਦ ਵੀ ਜੁੜਦੇ ਹੁੰਦੇ ਸੀਗੇ। ਮੈਂ ਸੰਨ 47 ਵਿੱਚ ਆਪ ਖੇਤੀ ਕਰੀ, ਮੈਂ ਆਪਣੇ ਹੱਥਾਂ ਨਾਲ ਖੇਤੀ ਕਰੀ ਆ। ਖੂਹ ਵੀ ਵਾਹਿਆ, ਮੈਂ ਹਲ ਵੀ ਵਾਹਿਆ, ਮੈਂ ਬਲਦ ਵੀ ਵਾਹੇ ਨੇ, ਮੈਂ ਗੱਡਾ ਵੀ ਵਾਹਿਆ। ਆਪਣੇ ਜੀਵਨ ਦੇ ਵਿੱਚ ਮੈਂ ਆਪ ਆਪਣੇ ਹੱਥੀਂ ਖੇਤੀ ਕਰੀ ਹੈ। ਤਾਂ ਸਾਧ ਸੰਗਤ ਜੀ, ਉਹ ਜਦੋਂ ਇੱਕ ਬਰਾਨ ਖੂਹ ਸੀ, ਟਿੰਡਾ ਨਹੀਂ ਸੀ, ਉਹਦੇ ਬਰਾਨ ਖੂਹ ਸੀ, ਬਹੁਤ ਡੂੰਘਾ ਵਿੱਚ ਪਾਣੀ, ਉਹਦੇ ਬਹੁਤ ਡੂੰਘੇ ਪਾਣੀ ਹੁੰਦੇ ਸੀ। ਬਾਬਾ ਜੀ ਭੱਜੇ ਜਾਂਦੇ ਨੇ ਸਾਲ ਮਾਰਨ ਵਾਸਤੇ, ਉਸੇ ਰੋਕੇ ਭੱਜੇ ਜਾਂਦੇ ਨੇ ਸਾਲ ਮਾਰਨ ਵਾਸਤੇ। ਭੱਜੇ ਜਾਂਦੇ 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 ਜਦੋਂ ਖੂਹ ਦੀ ਮੌਣ ਦੇ ਉੱਪਰ ਪੈਰ ਰੱਖਿਆ, ਇੱਕ ਪੈਰ ਰੱਖ ਲਿਆ, ਇੱਕ ਪੈਰ ਉੱਪਰ ਨੂੰ ਚੱਕ ਕੇ ਫਿਰ ਸਾਲ ਮਾਰ ਲੱਗੇ ਨੇ। ਬਾਬਾ ਜੀ ਨੇ ਪਿੱਛੋਂ ਜਾ ਕੇ ਉਹਨੂੰ ਜਦੇ ਐ ਬੋਲਦੇ ਜ਼ਫੀ ਦੇ ਵਿੱਚ ਇਸ ਤਰ੍ਹਾਂ ਐ, ਕਹਿੰਦੇ ਬਸ ਇੰਨੇ ਕੰਮ ਸੀ, ਇੰਨੇ ਉਹ ਦੇਖਣੀ ਜੀ ਖੇਡ। ਐ ਮੌਣ ਦੇ ਉੱਪਰੋਂ ਖਿੱਚ ਕੇ, ਜਵਾਨ ਸੀ ਬਾਬਾ ਨਾਮ ਸਿੰਘ ਜੀ ਪੁੱਛੋੜੇ, ਕਾਫੀ ਜਵਾਨ ਸੀ, ਤਕੜੇ। ਬਾਬਾ ਨਾਨਕ ਸਿੰਘ ਨੂੰ ਇਹ ਦੋਨਿਆਂ ਹੱਥਾਂ ਵਿੱਚ ਇੱਕ ਨਾਲ ਲਾ ਲਿਆ। ਕਹਿੰਦੇ ਯਾਰ ਨਾਨਕ ਸਿਆ, ਕਹਿੰਦੇ ਅੱਜ ਤੋਂ ਬਾਅਦ ਦੇ ਵਿੱਚ ਜਿਹੜੀਆਂ ਫਕੀਰ ਦੇ ਕੋਲ ਸਾਰੀਆਂ ਬਾਦਸ਼ਾਹ ਦੀਆਂ ਜਨਮਾਂ ਦੀ ਕਮਾਈ ਕੀਤੀ ਸੀ, ਅੱਜ ਮੈਂ ਤੇਰੀ ਝੋਲੀ ਵਿੱਚ ਪਾਉਣਾ। ਫਿਰ ਤੁਸੀਂ ਇੱਥੇ ਬੈਠੇ ਹੋ, ਕਦੇ ਇਤਿਹਾਸ ਨੂੰ ਪੜ੍ਹ ਲਓ, ਜਿਹਨੂੰ ਪੜ੍ਹਨਾ ਹੋਵੇ ਬਾਬਾ ਨਾਨਕ ਸਿੰਘ ਇੱਥੇ ਠਾਠ ਵੀ ਹੋਣਗੇ। ਉਹ ਗੁਰਦੁਆਰਾ ਨਹੀਂ ਕਹਿੰਦੇ ਸੀ, ਠਾਠ ਕਹਿੰਦੇ ਹੁੰਦੇ ਸੀ। ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ, ਜਿਹੜੀ ਕਲੇਰਾਂ ਵਾਲੀ ਸੰਪਰਦਾ ਉਹ ਠਾਠ ਕਹਿੰਦੀ ਆ। ਅਤੇ ਅੱਜ ਇੱਥੇ ਦਿੱਲੀ ਵਿੱਚ ਹੈਗੀਆਂ ਨੇ, ਉਹਨਾਂ ਦੀਆਂ ਠਾਠਾਂ ਹੈਗੀਆਂ ਨੇ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀਆਂ। ਜਿਹੜੇ ਮੈਂ ਬਚਨ ਕਰਨੇ ਕਿ ਬਚਨ ਉਹਨਾਂ ਤੋਂ ਕੋਈ ਉਮਰ ਜਿਵੇਂ ਪੁੱਛ ਲਿਓ ਇਹ ਹੋਇਆ ਕਿ ਨਹੀਂ ਹੋਇਆ। ਬਖਸ਼ਤੀ ਖੇਡ ਸਾਰੀ ਬਖਸ਼ਤੀ। ਉਸ ਤੋਂ ਉਪਰੰਤ ਦੇ ਵਿੱਚ ਇਹ ਫਿਰ ਜਿਹੜੀ ਸਾਰੀ ਹੀ ਰੂਹਾਨੀਅਤ ਵਾਸਤਾ ਬਾਬਾ ਨਾਨਕ ਸਿੰਘ ਜੀ ਨੂੰ ਸਾਰਾ ਗੁਰੂ ਨਾਨਕ ਦਾ ਭੰਡਾਰਾ, ਫਿਰ ਜਿਵੇਂ ਗੁਰੂ ਨਾਨਕ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ, ਕਿਸੇ ਫਕੀਰ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕੇ, ਮੈਂ ਬੜੀ ਇਬਾਦਤ ਕੀਤੀ ਹੈ ਮਾਤ ਲੋਕ ਦੇ ਵਿੱਚ, ਬੜਾ ਸਿਮਰਨ ਕੀਤਾ, ਬੜੀ ਬੰਦਗੀ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਹੁਣ
ਮੈਨੂੰ ਥੋੜ੍ਹੀ ਜਿਹੀ ਭਗਤੀ ਦੇ ਦੇ, ਭਗਤੀ ਬਖਸ਼ ਦੇ। ਅਕਾਲ ਪੁਰਖ ਵਾਹਿਗੁਰੂ ਨੇ ਫਿਰ ਕੀ ਬਚਨ ਕੀਤੇ ਸੀ? ਫਕੀਰਾ, ਤੂੰ ਜਿੰਨੀ ਮਰਜ਼ੀ ਇਬਾਦਤ ਕੀਤੀ ਹੈ, ਜਿੰਨੀ ਮਰਜ਼ੀ ਭਗਤੀ ਕੀਤੀ ਆ, ਰੱਬ ਕਹਿੰਦਾ ਅਕਾਲ ਪੁਰਖ ਵਾਹਿਗੁਰੂ ਮੇਰੇ ਕੋਲ ਕੁਛ ਨਹੀਂ ਹੈ। ਜਾ ਮਾਤ ਲੋਕ ਦੇ ਵਿੱਚ ਜਾ, ਧਰਤੀ ਉੱਪਰ ਜਾ, ਉੱਥੇ ਸਰਗੁਣ ਸਰੂਪ ਦੇ ਵਿੱਚ ਗੁਰੂ ਨਾਨਕ ਆਇਆ ਹੋਇਆ, ਉਹ ਲੈ ਗਿਆ ਸਾਰਾ ਭੰਡਾਰਾ ਹੀ। ਇੱਦਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਕਹਿੰਦਾ। ਇੱਦਾਂ ਪੜ੍ਹੋ ਸਾਹਿਬ ਜੀ ਕੀ ਬਚਨ ਕਰਦੇ ਨੇ। ਬਖਸ਼ਿਆ ਬਾਬੇ ਨਾਨਕ ਨੂੰ ਹਰ ਭਗਤੀ ਦਾ ਭੰਡਾਰਾ। ਬਖਸ਼ਿਆ ਬਾਬੇ ਨਾਨਕ ਨੂੰ ਭਗਤੀ ਦਾ ਭੰਡਾਰਾ। ਬਖਸ਼ਿਆ ਬਾਬੇ ਨਾਨਕ ਨੂੰ ਭਗਤੀ ਦਾ ਭੰਡਾਰਾ। ਬਖਸ਼ਿਆ ਬਾਬੇ ਨਾਨਕ ਨੂੰ ਭਗਤੀ ਦਾ ਭੰਡਾਰਾ। ਬਾਬੇ ਨਾਨਕ ਨੂੰ ਭਗਤੀ ਦਾ ਭੰਡਾਰਾ। ਬਖਸ਼ਿਆ ਬਾਬੇ ਨਾਨਕ ਨੂੰ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ, ਫਕੀਰਾ ਜਾਂ ਮਾਤ ਲੋਕ ਦੇ ਵਿੱਚ ਵਗ ਜਾ, ਜਿੰਨਾ ਭਗਤੀ ਦਾ ਖਜ਼ਾਨਾ ਜੀ ਮੈਂ ਤਾਂ ਗੁਰੂ ਨਾਨਕ ਨੂੰ ਦਿੱਤਾ। ਅੱਜ ਗੁਰੂ ਕੋ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਇਹ ਗੱਲ। ਇਹ ਕਲਯੁਗ ਦੇ ਅਵਤਾਰ ਬਣ ਕੇ ਆਏ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ। ਜਿੰਨਾ ਵੀ ਰੱਬ ਨੇ ਭਗਤੀ ਦਾ ਖਜ਼ਾਨਾ ਸੀ ਸਾਰਾ ਗੁਰੂ ਨਾਨਕ ਦੀ ਝੋਲੀ ਵਿੱਚ ਪਾਤਾ। ਅੱਜ ਮਾਤ ਲੋਕ ਦੇ ਵਿੱਚ
ਗੁਰੂ ਨਾਨਕ ਦੇ ਬਰਸੋਏ ਹੋਏ ਬੜੇ ਫਕੀਰ ਨੇ, ਬਹੁਤ ਸਾਧੂ ਨੇ, ਬੜੇ ਸੰਤ ਨੇ, ਬੜੇ ਮੰਤ ਨੇ, ਪਰ ਸਾਧ ਸੰਗਤ ਜੀ ਜਦੋਂ ਕਿਸ਼ਮਟੀਆਂ ਲੱਗਦੀਆਂ ਨਾ ਫਿਰ ਇਹ ਪਾਰਸ ਬਣਦੀ ਰਹਿੰਦੀ। ਬੜੀਆਂ ਕਿਸ਼ਮਟੀਆਂ ਲੱਗਦੀਆਂ ਇਸ ਮਾਰਗ ਦੇ ਵਿੱਚ। ਜਿਹੜਾ ਸਹਿ ਗਿਆ ਉਹ ਤਾਂ ਬਣ ਗਿਆ ਭਾਈ ਸਿਉਣਾ, ਪਾਰਸ਼, ਹੀਰਾ, ਜਵਾਹਰਾਤ, ਮੋਤੀ। ਜਿਹੜਾ ਪਰ ਨਹੀਂ ਸਹਿ ਗਿਆ ਫਿਰ ਉਹ ਮਿੱਟੀ ਦਾ ਮਿੱਟੀ। ਸੋ ਇਸ ਕਰਕੇ ਸਾਧ ਸੰਗਤ ਕਦੇ ਵੀ ਨਾ ਡੋਲੋ। ਜਦੋਂ ਵੀ ਆਪਾਂ ਕਿਸੇ ਦੇ ਬਣ ਗਏ ਨਾ, ਬਣ ਗਏ, ਬਣ ਜੋ ਪੂਰੇ। ਜਦੋਂ ਕਿਸੇ ਬਣ ਗਏ ਬਸ ਉਹਦੇ ਬਣ ਕੇ ਦਿਖਾ ਦਿਓ, ਫਿਰ ਬਣ ਕੇ ਦਿਖਾ ਦਿਓ। ਤਾਂ ਸਾਧ ਸੰਗਤ ਇਸ ਤਰ੍ਹਾਂ ਇਹ ਸਮਾਂ 'ਤੇ ਆਪਾਂ ਸਾਖੀ ਤਾਂ ਮੈਂ ਕਬੀਰ ਸਾਹਿਬ ਦੀ ਸੁਣਾਉਣੀ ਸੀ, ਪਰ ਮੈਨੂੰ ਬਾਬਾ ਨਾਨਕ ਸਿੰਘ ਮਹਾਰਾਜ ਦੇ ਬਚਨ ਯਾਦ ਆ ਗਏ। ਕਿਵੇਂ ਉਹਨਾਂ ਨੇ ਕਮਾਈ ਕੀਤੀ, ਕਿਵੇਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਗਟ ਕੀਤਾ। ਅੱਜ ਸਾਰੇ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰਦੇ ਹਾਂ ਆਪਾਂ, ਸ੍ਰੀ ਸਾਹਿਬ ਭੇਟ ਕਰ ਦਿੰਦੇ ਹਾਂ, ਭੋਗ ਲੱਗ ਗਿਆ। ਕਿਸੇ ਨੂੰ ਪਤਾ ਹੀ ਭੋਗ ਲੱਗਿਆ ਕਿ ਨਹੀਂ ਲੱਗਿਆ? ਨਹੀਂ। ਅਸਲ ਮਾਸਟਰ ਦਾ ਗੱਲ ਹੋਆ, ਜੇ ਤੁਸੀਂ ਭੋਗ ਲਾਉਣਾ ਦੇਖਣਾ ਚਾਹੁੰਦੇ ਤਾਂ ਕਰ ਲਓ ਪਰਨ। ਫਿਰ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਚਰਨਾਂ ਵਿੱਚ ਅਰਦਾਸ ਕਰਕੇ ਬਹਿ ਜਾਓ। ਉਹ ਜਿਹੜੀ ਦੇਗ ਆ ਉਹਨੂੰ ਰੱਖੋ ਲਿਆ ਕੇ ਉੱਤੇ ਦੋ, ਉਹਦੇ ਚਿੱਟਾ ਵਸਤਰ ਅਤੇ ਮਹਾਰਾਜ ਦੇ ਚਰਨਾਂ ਵਿੱਚ ਫਿਰ ਸੱਚੀ ਅਤੇ ਸੱਚੀ ਅਰਦਾਸ ਕਰੋ। ਪਰ ਜੇ ਤਾਂ ਉਹ ਖਾਧਾ ਹੋਇਆ ਦੇਗ ਫਿਰ ਤਾਂ ਲੱਗ ਗਿਆ ਭੋਗ। ਜੇ ਉੱਦੇ ਉੱਦਾਂ ਪਿਆ ਫਿਰ ਆ ਗਿਆ ਪਖੰਡਬਾਜ਼। ਬਸ ਇੱਕੋ ਹੀ ਵਰਤਾ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਕੀਤੀ ਸੀ। ਇਹ ਅੱਜ ਲੱਗਦੇ ਨੇ ਐਸੀ ਗੱਲ ਨਹੀਂ, ਲਵਾਉਂਦੇ ਨੇ, ਲਵਾ ਰਹੇ ਨੇ। ਬੜੀ ਸ਼ਰਧਾ, ਬਹੁਤ ਸ਼ਰਧਾ, ਪਰ ਆਹ ਸ਼ਰਧਾ ਜਿਹੜੀ ਹੈ ਨਾ ਬਹੁਤੀ ਨਹੀਂ ਬਿਰਲੇ ਨੂੰ ਆ। ਜਾ ਕੇ ਮੈਂ ਉੱਥੋਂ ਕੱਢੀਏ ਬਿਰਲੇ, ਕਈ ਬਿਰਲੇ ਬਿਰਲੇ ਆਤਮਾ। ਅੱਜ ਤਾਂ ਜੇ ਮਾੜੀ ਜਿਹੀ ਕਿਸਮਤੀ ਲੱਗ ਜਾਏ, ਮਾੜੀ ਜਿਹੀ ਆਪਾਂ ਹੋਵੇ ਕਹਿ ਦਈਏ ਕਿਸੇ ਨੂੰ ਲੱਗਦਾ ਜਾ ਤੂੰ ਆਪਣਾ ਕੰਮ ਕਰ, ਮੈਂ ਆਪਣਾ ਘਰ ਨੂੰ ਚੱਲਿਆ, ਤੂੰ ਆਪਣੇ ਘਰ ਦਾ। ਨਹੀਂ ਨਹੀਂ ਨਹੀਂ, ਔਖੀ ਹੈ ਖੇਡ ਬਾਹਰ, ਬੜੀ ਔਖੀ ਹੈ ਘਾਟੀ, ਬੜੀ ਔਖੀ ਹੈ ਬੰਦੇ। ਮੈਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਿਹਾ, ਪਤਾ ਨਹੀਂ ਕੀ ਦਿਮਾਗ ਚਾਹੀ ਮਹਾਂਪੁਰਸ਼ਾਂ ਦੇ। ਗੱਡੀ ਲਈ, ਗਡੈਸਾ ਗੱਡੀ ਹੁੰਦੀ ਸੀ ਮਹਾਰਾਜ ਕੋਲ ਉਸ ਸਮੇਂ। ਗੱਡੀ ਲਈ, ਗੱਡੀ ਲੈ ਕੇ ਸਿੰਘਾਂ ਦੇ ਨਾਲ ਮੇਰੇ ਘਰ ਦੇ ਮੂਹਰੇ ਆ ਕੇ ਖੜ੍ਹ ਗਏ। ਅਸੀਂ ਦੇਖਿਆ ਵੀ ਸੰਤ ਮਹਾਰਾਜ ਜੀ ਕਿਵੇਂ ਆ ਗਏ। ਗੱਡੀ ਖੜ੍ਹੀ ਆ, ਸਿੰਘ ਖੜ੍ਹੇ ਨੇ ਆਲੇ ਦੁਆਲੇ। ਮੈਂ ਗਿਆ ਭੱਜ ਕੇ, ਬੀਬੀ ਗਈ ਭੱਜ ਕੇ, ਮਹਾਰਾਜ ਦੇ ਚਰਨ ਫੜੇ। ਮਹਾਰਾਜ ਜੀ ਕਿਵੇਂ ਚਾਨਚੱਕ ਦਰਸ਼ਨ ਦਿੱਤੇ, ਬੜੀ ਕਿਰਪਾ ਕੀਤੀ। ਆਓ ਮਹਾਰਾਜ ਜੀ ਬੈਠੋ। ਅਸੀਂ ਗੱਦੀ ਲਾਈ, ਗੱਦੀ ਕੀਤੀ। ਜਿੱਥੇ ਹੁਣ ਮੇਰਾ ਗੁਰਦੁਆਰਾ ਬਣਿਆ, ਮੇਰੀ ਕੋਠੀ ਦੇ ਸਾਹਮਣੇ, ਘਰ ਦੇ ਸਾਹਮਣੇ, ਉੱਥੇ ਗੱਦੀ ਲਾਈ। ਗੱਦੀ 'ਤੇ ਨਹੀਂ ਗਏ ਸੰਤ ਮਹਾਰਾਜ ਜੀ। ਸਾਰੀ ਸੰਗਤ ਆਲੇ ਦੁਆਲੇ, ਬਹੁਤ ਸੰਗਤ ਖੜ੍ਹੀ ਆ। ਮੈਂ ਹੱਥ ਜੋੜੀ ਖੜ੍ਹਾ, ਮੈਂ ਮਹਾਰਾਜ ਜੀ ਬੈਠੋ, ਰਾਜਮਾਨ ਹੋਵੋ। ਮੈਨੂੰ ਕਹਿੰਦੇ ਐ ਕਰ, ਪਹਿਲਾਂ ਕਹੀ ਮੰਗਾ। ਮੈਂ ਹੈਰਾਨ ਮੰਨ ਗਿਆ। ਕਹਿੰਦੇ ਨਵੀਂ ਕਹੀ ਮੰਗਾ ਬਾਜ਼ਾਰ ਦੇ ਵਿੱਚੋਂ। ਫਟਾਫਟ ਭੱਜੇ ਸਿੰਘ, ਹੋਰ ਬਹੁਤ ਜਿਹੜੇ ਪਿੰਡਾਂ ਦੇ ਸੀ, ਸੰਗਤਾਂ ਇਕੱਠੀਆਂ ਹੋਈਆਂ, ਭੱਜੀਆਂ ਸੰਗਤਾਂ ਕਹੀ ਲੈ ਕੇ ਆਈਆਂ। ਕਹੀ ਲੈ ਕੇ ਸੰਗਤਾਂ ਨੇ, ਦੇਖੋ ਉਹ ਮਹਾਂਪੁਰਸ਼, ਤੁਸੀਂ ਹੈਰਾਨ ਮੰਨ ਜਾਓ ਜੇ ਤੁਸੀਂ ਦੇਖੋ ਉਹਨਾਂ ਦਾ ਸਰੀਰ ਇਹੋ ਜਿਹਾ ਹੱਥ ਜਿਵੇਂ ਲੋਕੜ ਦੇ ਵਿੱਚੋਂ ਕੱਢੇ ਹੁੰਦੇ ਨੇ। ਚਿੱਟੇ ਸਪੈਰ ਮਹਾਂਪੁਰਸ਼ ਜੀ ਦੇਖੇ ਹੋਣੇ, ਲੋਕੜ ਵਿੱਚੋਂ ਕੱਢੇ ਹੁੰਦੇ ਇੱਦਾਂ। ਉਹਨਾਂ ਲੋਕੜ ਭਰੇ ਹੱਥਾਂ ਨੇ ਕਹੀ ਫੜ ਲਈ। ਅਸੀਂ ਪਿੱਛੇ ਪਿੱਛੇ, ਮੈਂ ਪਿੱਛੇ ਪਿੱਛੇ ਪੜੀ ਜਾਂਦੇ ਨੇ। ਮੇਰੇ ਘਰ ਦੇ ਮੂਹਰੇ ਜਾ ਕੇ ਪੱਟਣ ਲੱਗ ਗਏ ਨੂੰ, ਛੱਡਕ ਲਾਤਾ, ਉੱਤੇ ਲਾਤਾ, ਉੱਤੇ ਲਾਤਾ, ਉੱਤੇ ਲਾਤਾ, ਉੱਤੇ ਲਾਤਾ। ਇਹ ਮੌਜੂਦ ਆ, ਜਾ ਕੇ ਦੇਖ ਲਓ ਭਾਵੇਂ ਇੱਥੇ, ਪੁੱਛ ਲਓ ਸੰਗਤਾਂ ਜਿਹੜੀਆਂ ਪੁਰਾਣੀਆਂ ਨੇ ਆਲੇ ਦੁਆਲੇ ਦੀਆਂ, ਅਮਰੋਹ ਦੇ ਹਲਕੇ ਵਿੱਚ।
मैं क्या महाराज दसो की हुक्म है। कहते इतने 14 बाई 14 का गुरु घर बनना, गुरुद्वारा बनना चाहिए। मैं फटाफट जल्दी ਉਹਦੀ ਨੋਕ ਪਟਾਈ। ਮੈਨੂੰ ਕਹਿੰਦੇ ਇਹ ਘਰ ਅੱਜ ਤੋਂ ਸਾਡਾ ਬਗੀਚਾ ਮਹਾਰਾਜ ਜੀ ਪ੍ਰਤੱਖ। ਮੈਂ ਕੀ ਕਰਿਆ, ਫਕੀਰ ਮੰਨ ਲਓ ਇਹ ਨਵੇਂ ਸਿੰਘ ਨੇ ਇਹਨੂੰ ਤਾਂ ਨਹੀਂ ਪਤਾ ਹੋਣਾ, ਪੁਰਾਣੇ ਸਿੰਘ ਹੈਗੇ ਨੇ ਵੀ ਥੋੜ੍ਹੇ ਬਹੁਤੇ ਉਹ ਸਹੀ ਛੱਡ ਗਏ ਨੇ। ਮੈਂ ਜਾ ਕੇ ਮੇਰੇ ਕੋਲ ਦੇ ਮੂਹਰੇ ਦੀ ਇੱਕ ਸੂਆ ਲੰਘਦਾ, ਕੱਸੀ ਲੰਘਦੀ ਹੈ ਪਾਣੀ ਵਾਲੀ ਆ, मैं कस्सी के किनारे के उपर जाके छपरी पा ली। छपरी मैं आप बनाई, छटियाँ सी कपाह दियाँ, कपाह नाल मेरे छटियाँ पाइया, पराली पाई उपर। सिंघा ने छपरी पा के मैं अपना समान चुक्या, समान चुक के मैं उत्थे ले गया। उत्थे ले जाके मैं उसकी नोक पढ़ती। जो कुछ समय बाद महापुरुष आए, चन्न पौधे होते सारे सकते, चन्न पौधे पौधे मेरे द्वारे भी आ गए। आके जो देखिया निगाह मारते ने, कहने कोई दीदा नहीं है, कहने कितने बैठी है सी, आ जाओ महाराज चलो साढ़े महलों में चलो। जब संगत गई है सारिया कट्ठिया, छपरी बनी हुई जिमें भईया का समान पाए होंगे ने, भांडे भूंडे या मोटर से खूह वाली थी ना, भईया आलू पढ़ते हैं जदों उत्थे पाए होंगे भांडे, मेरे भांडे आए पाए खुली छपरी च। देख के थोड़े मुस्कराए। मैं कहा बैठो महाराज। कहते ये मैं कहा आपने कहा सी महाराज जी उसे 14 बाई 14 स्थान बनना चाहिए, मैं लाता बनना। पासों मेरे नवी शहर है एक, उत्थे का मिस्त्री राधा स्वामी, पुराना राधा स्वामी, मैनू मिस्त्री भी उही मिले राधा स्वामी हो। मैं कहा चल मेरा द्वार बड़ा महाराज। कहते जी बाहर ने मर्ज की मैं करूँगा। कहता थोड़े दरबार की कहना सेवा मैं बनाऊँगा। वो मैं उत्थे ला लिया। महाराज जी वो मैं ला लिया उत्थे, तो मैं अपना समान इत्थे लिया रख लिया। महापुरुष बड़े प्रभावित हुए, बहुत प्रभावित हुए। मैनू फड़ के ऐ जप्पी में ले लिया। बीबी आई, बीबी कहती बीबी कित्थे आ? मैं कहा महाराज जी आउंदी है वो। सकता करिए वो आ रही है। बीबी आई, बीबी ने महापुरुषा लेके आए, जप्पी में ले लिया, प्यार दिता। कहते ताना बीबी तो जिन्हें साढ़े वचन कमाए। कहते ताना महेंद्र सिंह जिन्हें साढ़े वचन कमाए। ये घट ही औखी है, कह देना सकाला पिया, जो करना पैंदा बड़ा औखा गल है, बड़ी औखी खेल है। और साध संगत जी वो फिर अज भी उन्हें महापुरुषों का वो कमरा बनाया होया। अज उत्थे गुरु मां प्रकाश होया, मेरी कोठी के सामने मिलो। ਜਿਹੜੇ महापुरुष ने आप आके अपने हत्थों नाल कही दी न्यू पट्टी, वो फिर उत्थे ही बख्शा सारे भंडारा। मैनू कहते आ लै जिहड़ा नानक का भंडारा वो तेरी झोली च पाता। पैंदा पौधे ने पर थोड़ी जी किश पट्टियां लगदियां होंदियां ने, लगदियां ने। देखो मां का पुत्त हुंदा, मां भी किश पट्टियां लाउंदी है, थोड़ी जी पुत्त नूं लाउंदी है। अपने परिवार के विच आपां थोड़े जिहा कोई नौकर रखते हैं, आपां नौकर नूं परचाउण दे बारे कई बार की करते हुंदे आ, कोई टूब रखती कोई सरखाने में देखिए भी चकदा कि नहीं चकदा, कमानदार आ कसवट्टी होंदी है। वो कई बार खोल के घड़ी रखती भी देखिए यह कमरा साफ करता, घड़ी पी है चकदा कि नहीं चकदा। जे तो उन्हें चकरी चित्र मार के बाहर कढ़ दिंदे आ, नौकरी भी गई बेचारे की। जे उन्होंने पूरा गया, लो बीबी जी थोड़ी घड़ी पई है, लो जी थोड़ा फलाना सोने का पत्थर पिया, वो पिया। फिर आप देख लो तुसीं तो होंदा ही है, आम भी होंदा अज भी होंदा। तो जो पास हो गया नौकर, उस नौकर को आप फिर साबर दे के घर के रखते हैं, उस बट्टियों पिछों पास हो गया वो। तो इतना साध संगत जी भी ये परमेश्वर अकाल पुरख वाहिगुरू का जोड़ा ऐसा करिश्मा, ये बन जाओ मर जाओ, एक जगह मर जाओ, फिर जीव सवो मर के। तो साध संगत इसे करके ही
ਮਹਾਰਾਜ ਨੇ ਕਿਹਾ ਵੀ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ। ਔਰ ਸਾਧ ਸੰਗਤ ਇੱਦਾਂ ਪੜ੍ਹੋ ਕਿਵੇਂ ਕਿਹਾ ਮਹਾਰਾਜ ਨੇ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਗੁਰਾਂ ਦੀ ਧੰਨ ਸਿੱਖੀ ਹੈ। ਇਹ ਜਦੋਂ ਆਪਾਂ ਕੋਈ ਚੀਜ਼ ਨੂੰ ਪਾਸ ਕਰ ਲਈਏ, ਜੇ ਹੁਣ ਆਪਣਾ ਬੱਚਾ ਪੜ੍ਹਦਾ, ਜਦੋਂ ਉਹਨੇ ਪੜ੍ਹਾਈ ਕਰਕੇ ਪਾਸ ਹੋ ਪਰ ਆਪਾਂ ਕਹਿੰਦੇ ਸ਼ਾਬਾਸ਼ ਹੈ ਪੁੱਤਰ, ਕਹਿੰਦੇ ਆਪਾਂ ਸ਼ਾਬਾਸ਼ ਦਿੰਦੇ ਹਾਂ। ਜਦੋਂ ਗੁਰਸਿੱਖ ਦਾ ਜਿਹੜਾ ਸਿੱਕਾ ਉਹ ਪਾਸ ਹੁੰਦਾ ਨਾ, ਇਹ ਪੜ੍ਹਾਈ ਪੜ੍ਹ ਕੇ, ਫਿਰ ਵਾਜਾਂ ਵਾਲੇ ਨੇ ਕਿਹਾ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਹੈ। ਤੁਸੀਂ ਦੇਖੋ ਥੋੜ੍ਹੇ ਬਹੁਤੇ ਲੱਗਦੇ ਹੁੰਦੀਆਂ ਨੇ ਖੇਡਾਂ, ਉਹ ਸਹੋ ਇਹ ਮਹਾਂਪੁਰਖ ਜਿਹੜੇ ਹੁੰਦੇ ਨੇ ਆਪ ਹੀ ਕਰਨ ਵਾਲੇ ਹੁੰਦੇ ਨੇ, ਆਪ ਹੀ ਕਰਾਉਣ ਵਾਲੇ ਹੁੰਦੇ ਨੇ। ਗੱਲ ਕੁਛ ਨਹੀਂ ਹੁੰਦੀ ਹੈ, ਜਿਨ੍ਹਾਂ ਦੀ ਮੁੱਠੀ ਦੇ ਵਿੱਚ ਤਿੰਨਾਂ ਲੋਕਾਂ ਦੀ ਮਾਇਆ ਹੁੰਦੀ ਹੈ, ਤਿੰਨਾਂ ਲੋਕਾਂ ਦੀ ਮਾਇਆ ਹੁੰਦੀ ਹੈ ਰੱਬ ਦੇ ਪੈਰਾਂ ਦੀ ਮੁੱਠੀ ਜਿਸ ਤਰ੍ਹਾਂ। ਮੈਂ ਪ੍ਰਤੱਖ ਦੇਖੀ ਹੈ ਖੇਡ, ਪ੍ਰਤੱਖ ਇਹ ਤਿੰਨਾਂ ਲੋਕਾਂ ਦੀ ਜਿਹੜੀ ਮਾਇਆ ਹੁੰਦੀ, ਜੇ ਮਾਇਆ ਖੋਲ ਦੇਣ ਫਿਰ ਉਹਨਾਂ ਨੂੰ ਕੀ ਲੋੜ ਹੁੰਦੀ ਹੈ। ਕੋਈ ਕਾਰਨ ਹੁੰਦੇ ਨੇ, ਕੋਈ ਬੰਦ ਹੁੰਦੇ ਨੇ, ਕੋਈ ਸਮੇਂ ਦੇ ਮਜ਼ਾਕ ਹੁੰਦੇ ਨੇ, ਉਹਨਾਂ ਨੂੰ ਸਮਝ ਲੈਣਾ, ਉਹਨਾਂ ਨੂੰ ਕਰਨਾ ਹੀ ਉਹ ਹੈ। ਹੁਣ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਕਬੀਰ ਸਾਹਿਬ ਵਿਚਾਰਾ ਕਿਹੜਾ ਕੋਈ ਸੇਠ ਸੀ, ਨਾ ਨਾ ਗਰੀਬ ਸੀ ਵਿਚਾਰਾ, ਜਲਾਹਾ ਸੀ ਉਹ ਤਾਂ, ਪਰ ਉਹਨੂੰ ਇੰਨੀ ਲਗਨ ਲੱਗੀ ਰਾਮ ਦੀ, ਇੰਨੀ ਲਗਨ ਲੱਗੀ ਰਾਮ ਦੀ, ਇੰਨਾ ਗੁਰੂ ਦੇ ਬਚਨ ਨੂੰ ਮੰਨਣ ਲੱਗਿਆ। ਸਵਾਮੀ ਰਾਮਾਨੰਦ ਜੀ ਉਹਦੇ ਗੁਰੂ ਸੀਗੇ, ਬਨਾਰਸ ਦੇ ਵਿਚਾਰੇ ਹੁੰਦੇ ਸੀਗੇ। ਹੁਣ ਸਾਧ ਸੰਗਤ ਉਹਨੇ ਕੀ ਕਰਨਾ, ਤਾਣਾ ਬਾਣਾ ਬਣਦਾ ਵਿਚਾਰਾ, ਜਲਾਹਾ ਖੇਸੀਆਂ ਬਣਦਾ, ਤਰੀਆ ਬਣਦਾ, ਉਹ ਬਣ ਕੇ ਉਹਨੂੰ ਵੇਚਦਾ, ਵੇਚ ਕੇ ਫਿਰ ਉਹਨਾਂ ਦੇ ਪੈਸੇ ਵੱਟਦਾ, ਵੱਟ ਕੇ ਪੈਸੇ ਲਿਆ ਕੇ ਘਰ ਦੇ ਵਿੱਚ ਲਿਆ ਕੇ ਲੂਣ ਤੇਲ ਆਟਾ ਉਹ ਲੈਂਦਾ। ਉਹਦੇ ਮਾਤਾ ਲੋਈ ਸੀ, ਉਹਦਾ ਘਰੋਂ ਲੋਈ, ਦੋ ਉਹਦੇ ਲੜਕੇ ਸੀ, ਇੱਕ ਲੜਕੀ ਸੀ, ਕਬਾਲਾ ਅਤੇ ਕਬਾਲੀ, ਕਬੀਰ ਸਾਹਿਬ ਦੇ। ਹੁਣ ਸਾਧ ਸੰਗਤ ਜੀ ਜਦੋਂ ਦੇਖਿਆ ਬਈ ਕਬੀਰ ਨਾਮ ਜਪਣ ਲੱਗ ਗਿਆ, ਇਹਦੀ ਲੱਗਣ ਲੱਗ ਗਈ, ਲਾਗ ਲੱਗਣ ਲੱਗ ਗਈ, ਉਹਨੇ ਫਿਰ ਕੀ ਕਰਿਆ, ਰੱਬ ਨੇ ਗੁਰੂ ਲਾ ਲਓ, ਰੱਬ ਲਾ ਲਓ, ਪਰਮੇਸ਼ਰ ਲਾ ਲਓ, ਇੱਕੋ ਹੀ ਹੁੰਦੇ ਨੇ ਸਾਥੋਂ, ਇੱਕੋ ਹੀ ਮੇਲ ਹੋ ਜਾਂਦਾ ਇਹਨਾਂ ਦਾ। ਉਹਨੇ ਦੇਖਿਆ ਵੀ ਦੇਖੀਏ ਆਪਾਂ ਇਹ ਪਾਸੇ ਤੋਂ ਇਹ ਭੜਕਦਾ ਮਾੜਾ ਮੋਟਾ ਕਿ ਨਹੀਂ ਭੜਕਦਾ, ਕਿ ਚੱਲਦਾ ਹੀ ਹੈ, ਚੱਲਦਾ ਹੀ ਹੈ। ਹੁਣ ਗੁਰਮੁਖੋ ਜਦੋਂ ਉਹ ਵੇਚਦਾ ਫਿਰਦਾ ਦਰੀਆਂ, ਵੇਚਦਾ ਫਿਰਦਾ ਖੇਸੀਆਂ, ਹੁਣ ਵੇਚਦੇ ਵੇਚਦੇ ਉਹਨੂੰ ਹੋ ਗਿਆ ਹਨੇਰਾ। ਘਰ ਦੇ ਵਿੱਚ ਵੇਚ ਕੇ ਲਿਆਉਣਾ ਸੀ, ਉਹ ਵੱਟ ਕੇ ਲਿਆਉਣਾ ਸੀਗਾ ਆਟਾ, ਰਾਸ਼ਨ ਪਾਣੀ। ਜਵਾਕ ਭੁੱਖੇ ਨੇ, ਉਹ ਭੁੱਖੇ ਜਵਾਕ ਕੀ ਕਰਦੇ ਨੇ, ਦੇਖਦੇ ਨੇ ਵੀ ਕਦ ਆਊਗਾ ਸਾਡਾ ਡੀਡੀ, ਕਦ ਆਊਗਾ ਸਾਡਾ ਪਾਪਾ, ਕਦ ਲੈ ਕੇ ਆਊਗਾ ਰਾਸ਼ਨ, ਕਦ ਰੋਟੀ ਪੱਕੂਗੀ, ਦੇਖਦੇ ਨੇ ਵਿਚਾਰੇ, ਸਾਰਦੇ ਨੇ, ਕਰਦੇ ਸਵਾਦ ਸੀ ਆਪਾਂ 5-4 ਮਿੰਟ 'ਚ ਕਰਦੇ ਹਾਂ ਬਸ, ਬਣਾਉਣਾ ਨਹੀਂ। ਅਤੇ ਸਾਧ ਸੰਗਤ ਅਤੇ ਫਿਰ ਰੱਬ ਪਰਮੇਸ਼ਰ ਕਾਰਪੁਰਖ ਵਾਹਿਗੁਰੂ
ਇੱਕ ਗਾਹਕ ਦਾ ਰੂਪ ਧਾਰਨ ਕਰਕੇ ਆ ਗਿਆ। ਕਬੀਰ ਆਥਣ ਹੋ ਗਿਆ, ਇੱਕ ਪਿੰਡ ਦੇ ਵਿੱਚ ਵਗ, ਲੈ ਲਓ ਖੇਸੀਆਂ, ਲੈ ਲਓ ਦਰੀਆਂ, ਲੈ ਲਓ ਚਾਦਰਾਂ, ਐਦਾਂ ਹੋਕਾ ਦਿੰਦਾ। ਗਾਹਕ ਦਾ ਰੂਪ ਧਾਰਨ ਕਰਕੇ ਰੱਬ ਆ ਗਿਆ। ਕਹਿੰਦਾ ਕਬੀਰ, ਕਹਿਣ ਲੱਗਿਆ, ਕਹਿੰਦਾ ਆਹ ਜਿਹੜਾ ਸੌਦਾ ਦਰੀ ਹੈ ਮੈਨੂੰ ਦੇ ਦੇ, ਮੇਰੇ ਕੋਲ ਹੈ ਨਹੀਂ। ਕਹਿੰਦਾ ਤੂੰ ਲੈ ਲਾ। ਆਹ ਖੇਚੀ ਆ ਮੈਨੂੰ ਦੇ ਦੇ, ਮੇਰੇ ਕੋਲ ਹੈ ਨਹੀਂ। ਕਹਿੰਦਾ ਤੂੰ ਲੈ ਲਾ। ਇਹ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਦਿਆਲੂ ਹੁੰਦੇ ਨੇ। ਜਿਹੜਾ ਦਿਆਲੂ ਨਹੀਂ, ਉਹ ਰੱਬ ਦਾ ਪਿਆਰਾ ਨਹੀਂ ਹੈ। ਉਹ ਨਹੀਂ, ਉਹਨੂੰ ਕੀ ਕਹਿੰਦੇ, ਪੱਥਰ ਦੇਣਾ। ਪੱਥਰ ਦੇਣਾ ਸਿੱਧ ਕਸਾਈ, ਬੜੇ ਬੜੇ ਸਿੱਧ ਵੀ ਕਸਾਈ ਹੁੰਦੇ ਨੇ ਪਿਆਰ। ਜਿਹੜਾ ਰੱਬ ਦਾ ਪਿਆਰਾ, ਉਹਦਾ ਦਿਲ ਤਾਂ ਬਿਲਕੁਲ ਨਰਮ ਤੇ ਮੋਮਨ ਹੁੰਦਾ। ਆਪਣੀ ਜਾਨ ਦੀ ਬਾਜ ਵੀ ਲਾਉਂਦਾ ਰੱਬ ਦਾ ਪਿਆਰਾ, ਇੱਥੇ ਤੱਕ ਵੀ ਲਾਉਂਦਾ। ਉਹ ਤਾਂ ਗੱਲੇ ਕੀ ਆ। ਹੁਣ ਸਾਧ ਸੰਗਤ ਜੀ, ਜਦੋਂ ਸਭ ਕੁਝ ਦੇਤਾ ਉਹਨੇ, ਵਰਤਾ, ਘਰੇ ਕੁਰਸੀਆਂ ਭੁੱਖੇ ਮਰਦੇ ਨੇ। ਲੋਈ ਭੁੱਖੀ ਵਿਚਾਰੀ ਕਹਿੰਦੀ ਆ, ਆਉਂਦਾ ਆਉਂਦਾ। ਜਦੋਂ ਘਰੇ ਆਇਆ ਖਾਲੀ ਹੱਥ। ਕਬੀਰ ਨੂੰ ਲੋਈ ਕਹਿਣ ਲੱਗੀ, ਕਬੀਰ ਜੀ ਆਪਾਂ ਤਾਂ ਕੱਟ ਲਾਂਗੇ, ਆ ਜਿਹੜੇ ਬੱਚੇ ਨੇ ਵਿਚਾਰੇ ਰੋਂਦੇ ਨੇ, ਇਹਨਾਂ ਦਾ ਕੀ ਹਾਲ ਬਣੂਗਾ। ਬੰਦਾ ਸਿਆਣਾ ਕੱਟ ਰਿਹਾ ਹੁੰਦਾ, ਪਾਣੀ ਪੂਣੀ ਪੀ ਕੇ ਕੁਝ ਖਾ ਕੇ ਚੀਜ਼ ਚੋਰੀ, ਪਰ ਬੱਚਿਆਂ ਦਾ ਬੜਾ ਔਖਾ ਹੁੰਦਾ। ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ, ਇਹ ਬੱਚੇ ਰੋਂਦੇ ਨੇ, ਦੇਖੇ ਨਹੀਂ ਜਾਂਦੇ, ਕੀ ਕਰੀਏ। ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰੂਗਾ, ਆ ਜਾਂਦੇ ਨੇ। ਤਾਂ ਫਿਰ ਸਾਧ ਸੰਗਤ ਜੀ, ਜਦੋਂ ਇੱਥੇ ਅਵਸਥਾ ਹੁੰਦੀ ਹੈ ਨਾ, ਫਿਰ ਰੱਬ ਨੂੰ ਪ੍ਰਗਟ ਹੋਣਾ ਪੈਂਦਾ, ਸ਼ਬਦ ਨੂੰ ਪ੍ਰਗਟ ਹੋਣਾ ਪੈਂਦਾ। ਫਿਰ ਉੱਥੇ ਰੱਬ ਰਾਮਾ ਰਾਜੀ ਲਾ ਲਓ, ਕੁਛ ਲਾ ਲਓ, ਰੱਬ ਪ੍ਰਗਟ ਹੋ ਕੇ ਅਤੇ ਫਿਰ ਉਹਨੇ ਕੀ ਕੀਤਾ, ਇੱਕ ਬੋਰੀ ਗੱਡੇ ਵਿੱਚ ਜਾਂਦੀ ਹੈ ਚੀਨੀ ਦੀ, ਇੱਕ ਆਟੇ ਦੀ, ਇੱਕ ਲੂਣ ਮਿਰਚਾਂ ਦੇ ਲਿਫਾਫੇ। ਭਾਈ ਆ ਕਬੀਰ ਦਾ ਘਰ ਕਿਹੜਾ, ਮੂਹਰੇ ਲੋਈ ਬੈਠੀ ਸੀ। ਲੋਈ ਕਹਿੰਦੀ ਮਹਾਰਾਜ ਕਬੀਰ ਦਾ ਘਰ ਆਹੀ ਆ। ਕਹਿੰਦੇ ਤੂੰ ਕੌਣ ਆ ਭਾਈ। ਮੈਂ ਕਬੀਰ ਦੇ ਘਰੋਂ ਆ। ਲੋਈ ਸੀ, ਅੱਛਾ। ਇਹ ਫਿਰ ਜਿਹੜਾ ਸਮਾਨ ਆ ਕਬੀਰ ਨੇ ਭੇਜਿਆ। ਉਹ ਕਹਿੰਦੀ ਉਹ ਤਾਂ ਵੇਚਣ ਗਿਆ ਜ਼ਰੀਆਂ, ਉਹ ਤਾਂ ਆਇਆ ਨਹੀਂ, ਹੱਥੋਂ ਹਨੇਰਾ ਹੋ ਗਿਆ, ਉਹ ਕਿੱਥੋਂ ਵੇਚਦਾ ਉਹਨੇ। ਕਹਿੰਦਾ ਨਹੀਂ, ਉਹਦਾ ਜਿਹੜਾ ਸਮਾਨ ਸੀ ਨਾ, ਇੱਕ ਰਾਜੇ ਨੇ ਆਪਣਾ ਇਕੱਠਾ ਹੀ ਲੈ ਲਿਆ। ਇਕੱਠਾ ਹੀ ਲੈ ਕੇ ਉਹਨੇ ਆਹ ਸਮਾਨ ਆ ਜਿਹੜਾ ਇਹ ਕਬੀਰ ਸਾਹਿਬ ਨੇ ਭੇਜਿਆ, ਉਹ ਆਉਂਦੇ ਨੇ, ਤੁਸੀਂ ਆਪਣਾ ਰੋਟੀ ਪਾਣੀ ਪਕਾਓ। ਉਹਨਾਂ ਦੇ ਭੰਡਾਰ ਵੀ ਭਰਤੇ ਰੱਬ ਨੇ, ਭਰਦਾ ਅੱਜ ਵੀ ਭਰਦਾ। ਪਰ ਸ਼ਰਧਾ ਬਣ ਜਾਵੇ ਇੱਥੇ ਤੱਕ ਪੂਰੀ। ਜਦੋਂ ਸ਼ਰਧਾ ਬਣ ਗਈ ਨਾ, ਅੱਜ ਵੀ ਰੱਬ, ਮੈਂ ਗਰੰਟੀ ਨਾਲ ਕਹਿੰਦਾ, ਇਹ ਖਜ਼ਾਨੇ ਭਰਦਾ ਭਰੂਗਾ, ਭਰ ਰਿਹਾ। ਪਰ ਇੰਨੀ ਸ਼ਰਧਾ ਬਣਾ ਲਓ, ਇੰਨਾ ਵਿਸ਼ਵਾਸ ਬਣਾ ਲਓ, ਮੇਰਾ ਮੁਝ में कुछ नहीं, जो कुछ है सब कुछ तेरा, तेरा तुझको सौंप दे, क्या लागे मेरा कुछ नहीं ਇੱਥੇ। ਇਹ ਅਵਸਥਾ ਜਦੋਂ ਗੁਰਸਿੱਖ ਦੀ ਬਣ ਗਈ, ਮੇਰਾ ਇੱਥੇ ਕੁਛ ਨਹੀਂ। ਉੱਥੇ ਫਿਰ ਨਾ ਕਈ ਚੀਜ਼ ਘਰ ਨਹੀਂ ਰੱਬ ਰਹਿਣ ਦਾ। ਹਰੇ ਆਪਾਂ ਨੂੰ ਰੱਬ ਦੀ ਸ਼ਰਧਾ ਹੀ ਨਹੀਂ ਬਣੀ, ਪੂਰੀ ਬਣੀ ਨਹੀਂ ਹੈ, ਨਹੀਂ ਬਣੀ ਹੈ। ਜਿਹੜੇ ਚਿਰ ਰੱਬ 'ਤੇ ਨਹੀਂ ਬਣਦੀ, ਮਹਾਂਪੁਰਸ਼ਾਂ 'ਤੇ ਨਹੀਂ ਬਣਦੀ। ਜਿਹੜੇ ਚਿਰ ਮਹਾਂਪੁਰਸ਼ਾਂ 'ਤੇ ਨਹੀਂ ਬਣਦੀ, ਰੱਬ 'ਤੇ ਨਹੀਂ ਬਣਦੀ। ਜਦੋਂ ਮਹਾਂਪੁਰਸ਼ਾਂ ਦੀ ਸ਼ਰਧਾ ਬਣ ਗਈ, ਰੱਬ 'ਤੇ ਬਣ ਗਈ। ਜਦੋਂ ਰੱਬ 'ਤੇ ਬਣ ਗਈ, ਮਹਾਂਪੁਰਸ਼ਾਂ 'ਤੇ ਬਣ ਗਈ। ਤਾਂ ਫਿਰ ਉੱਥੇ ਸਾਧ ਤਿੰਨਾਂ ਲੋਕਾਂ ਦੀ ਮਾਇਆ। ਸੋ ਐਸਾ ਸਾਧ ਸੰਗਤ ਦਾ ਸਮਾਂ ਹੋ ਗਿਆ ਅਤੇ ਆਪਾਂ ਸਮਾਪਤੀ ਨੇੜੇ ਜਾਂਦੇ ਹਾਂ। ਅਤੇ ਇਹ ਵੀ ਸਾਧ ਸੰਗਤ ਜੀ, ਪ੍ਰੇਮ ਲਾ ਲਓ ਚਾਹੇ ਕੁਛ ਲਾ ਲਓ, ਇਹ ਪ੍ਰੇਮ ਇਹ ਖਿੱਚ ਕੇ ਬਿਠਾ ਲੈਂਦਾ ਹੁੰਦਾ। ਜਿਵੇਂ ਆਪਾਂ ਧਾਰ ਨਾਲ ਲਾਉਂਦੇ ਨਾ, ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਜਿਹੜਾ ਪ੍ਰੇਮ ਆ ਉਹ ਖਿੱਚ ਲੈਂਦਾ ਕੋਈ ਵੀ ਮਹਾਂਪੁਰਸ਼ ਆ, ਕੋਈ ਰੱਬ ਦਾ ਪਿਆਰਾ। ਜੇ ਉਹ ਪ੍ਰੇਮ ਨੂੰ ਉਹ ਰੱਬ ਦਾ ਪਿਆਰਾ ਨਹੀਂ ਖਿੱਚਦਾ, ਤਾਂ ਫਿਰ ਉਹ ਰੱਬ ਦਾ ਪਿਆਰਾ ਹੈ ਉਹ ਨਹੀਂ, ਪੱਥਰ ਦੇ ਲਾ ਫਿਰ ਉਹ। ਤਾਂ ਇਸ ਕਰਕੇ ਸਾਧ ਸੰਗਤ ਇਹ ਪ੍ਰੇਮ ਦੀ ਅਵਸਥਾ ਕਰਕੇ ਆਪਾਂ ਇਹ ਜਿਹੜਾ ਦੀਵਾਨ ਸੀ, ਇਹ ਅੱਜ ਦਾ ਦੀਵਾਨ ਜਾਂ ਇੱਕ ਵੱਧ ਗਿਆ ਜਾਂ ਕਿਵੇਂ ਵੀ ਹੈ, ਅਤੇ ਉਹਨੇ ਮਹਾਰਾਜ ਪ੍ਰਕਾਸ਼ ਹੋਏ ਨੇ, ਇਹਨਾਂ ਦੇ ਗੱਲ ਨੂੰ ਭੋਗ ਪੈਣਗੇ। ਭੋਗਾਂ ਤੋਂ ਉਪਰੰਤ ਇਹ ਮਹਾਰਾਜ ਫਿਰ ਇੱਕ ਦੀਵਾਨ ਆਪਾਂ ਭੋਗ ਤੇ ਲਾਵਾਂਗੇ। ਸਾਰੀਆਂ ਸੰਗਤਾਂ ਨੇ ਮੂੰਹ ਮਾ ਕੇ ਆਉਣਾ। ਕੋਈ ਨਾ ਸਮਝਿਆ ਕਰੋ
ਕੋਈ ਇੱਥੇ ਧਰਮ ਨਹੀਂ ਹੈ, ਕੋਈ ਇੱਥੇ ਕੁਛ ਨਹੀਂ, ਧਰਮ ਸਾਰਾ ਕੁਝ ਇੱਕ ਹੀ ਹੈ। ਮੈਨੂੰ ਜੇ ਮੈਂ ਗੱਡੀ 'ਤੇ ਜਾਂਦਾ ਨਾ ਕਈ ਵਾਰੀ, ਮੈਨੂੰ ਜੇ ਪਤਾ ਲੱਗ ਜਾਂਦਾ ਵੀ ਕਥਾ ਹੁੰਦੀ ਹੈ ਕਿਸੇ ਬਾਣੀਆਂ 'ਤੇ, ਮੈਂ ਉੱਥੇ ਹੀ ਵਗ ਜਾਂਦਾ। ਕਈ ਵਾਰੀ ਮੈਨੂੰ ਪਤਾ ਮਸਜਿਦ ਦੇ ਵਿੱਚ ਜੇ ਨਵਾਬ ਪੜ੍ਹਦੇ ਨੇ, ਅੱਜ ਕਰਦੇ ਨੇ, ਮੈਂ ਮਸਜਿਦ ਵਿੱਚ ਵਗ ਜਾਂਦਾ। ਮੈਨੂੰ ਤਾਂ ਰੱਬ ਚੌਵੀਂ ਪਾਸੇ ਨਹੀਂ ਤਾਂ ਕਿੱਥੇ ਨਹੀਂ ਰੱਬ ਹੈਗਾ, ਦੱਸੋ ਮੈਨੂੰ ਕਿੱਥੇ ਨਹੀਂ ਰੱਬ। ਤੁਹਾਡੇ ਅੰਗ ਨਹੀਂ, ਤੁਹਾਡੇ ਅੰਗ ਨਹੀਂ, ਤੁਹਾਡੇ ਘਰੇ ਨਹੀਂ, ਤੁਹਾਡੇ ਨਾਲ ਨਹੀਂ, ਤੁਹਾਡੇ ਅੰਦਰ ਨਹੀਂ, ਤੁਹਾਡੇ ਵਿੱਚ ਨਹੀਂ, ਪਰ ਵਾਲੇ ਅੱਖ ਨਹੀਂ ਬਣੀ ਵਾਲੇ। ਅੱਖ ਲੈ ਲਓ ਕਿਸੇ ਮਹਾਂਪੁਰਸ਼ ਤੋਂ, ਲੈ ਲਓ ਕੋਈ ਰੱਬ ਦੇ ਪਿਆਰੇ ਤੋਂ, ਭਾਲ ਲਓ ਰੱਬ ਦਾ ਪਿਆਰਾ ਜਿਹੜਾ ਉਹ ਅੱਖ ਦੇ ਦੇਵੇ, ਜਿਹੜਾ ਦੇ ਦੇਵੇ ਰੱਬ ਤੋਂ, ਰੱਬ ਦਾ ਪਿਆਰਾ ਜਿਹੜਾ ਅੱਖ ਦੇ ਦੇਵੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੂੰ ਤਾਂ